ਚਰਨਾਂ ਵਿੱਚ ਬੈਠ ਕੇ ਆਪ ਜੀ ਬਾਣੀ ਸਰਵਣ ਕਰਦੇ ਹੋ। ਘਰਾਂ ਪਰਿਵਾਰਾਂ 'ਚ ਸੰਗਤ ਬੈਠ ਕੇ ਬਾਣੀ ਸਰਵਣ ਕਰਦੀ ਹੈ। ਵਡਭਾਗੇ ਹੋ। ਫਤਿਹ ਦੀ ਅਸੀਸ ਬਖਸ਼ੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼ਲੋਕ। ਸੁਖੀ ਬਸੈ ਮਸ਼ਕੀਨੀਆਂ, ਆਪ ਨਿਵਾਰ ਤਲੇ। ਬੜੇ ਬੜੇ ਅਹੰਕਾਰੀਆਂ, ਨਾਨਕ ਗਰਭ ਗਲੇ। ਸ਼ਲੋਕ ਰਾਹੀਂ ਸਤਿਗੁਰਾਂ ਨੇ ਇਹ ਸਾਨੂੰ ਬੋਧ ਬਖਸ਼ਿਆ, ਜੀਵਨ ਵਿੱਚ ਨਿਮਰਤਾ ਹੋਏ। ਸੁੱਖਾਂ ਦਾ ਸਾਰ ਹੈ ਨਿਮਰਤਾ। ਜੇ ਅਸੀਂ ਸੁਖੀ ਰਹਿਣਾ ਚਾਹੁੰਦੇ ਹਾਂ, ਕੋਈ ਵੀ ਹੋਏ, ਕਿੱਤਾ ਕੋਈ ਵੀ ਹੋਏ, ਸੁਖੀ ਰਹਿਣ ਦਾ ਇੱਕੋ ਹੀ ਰਾਜ ਹੈ, ਨਿਮਰਤਾ ਗਰੀਬੀ ਦੇ ਵਿੱਚ ਰਹਿਣਾ। ਅਤੇ ਦੁੱਖਾਂ ਦਾ ਕਾਰਨ ਸਾਡਾ ਹੰਕਾਰ ਬਣਦਾ ਹੈ। ਪਤਾ ਨਹੀਂ ਕਿੰਨੇ ਕਿੰਨੇ ਹੰਕਾਰੀ, ਉਹਨਾਂ ਦਾ ਨਾਸ਼ ਸਤਿਗੁਰੂ ਕਹਿੰਦੇ ਹੰਕਾਰ ਦੇ ਨਾਲ ਹੋ ਜਾਂਦਾ ਹੈ। ਸਤਿਗੁਰੂ ਸਾਰੀ ਅਸ਼ਟਪਦੀ ਦੇ ਅੰਦਰ ਦੋ ਤਸਵੀਰਾਂ ਸਾਡੇ ਸਾਹਮਣੇ ਰੱਖਣਗੇ। ਇੱਕ ਤਸਵੀਰ, ਇੱਕ ਉਹਦਾ ਹਸ਼ਰ ਕੀ ਹੁੰਦਾ ਹੈ, ਉਹ ਗੁਰਦੇਵ ਨੇ ਨਾਲ ਨਾਲ ਇਸ ਅਸ਼ਟਪਦੀ ਅੰਦਰ ਬਿਆਨ ਕੀਤਾ ਹੈ। ਬਹੁਤ ਗਹਿਰੀ ਜ਼ਿੰਦਗੀ ਦੀ ਅਟੱਲ ਸੱਚਾਈ। ਸਾਹਿਬ ਜੀ ਆਖਦੇ ਨੇ, ਸੁਖੀ ਬਸੈ ਮਸ਼ਕੀਨੀਆਂ। ਬਹੁਤ ਸੁਖੀ ਹੈ। ਮਸ਼ਕੀਨ ਦਾ ਅਰਥ ਹੁੰਦਾ ਹੈ ਅਜ਼ਿਜ਼, ਨਿਮਰਤਾ ਦਾ ਜਿਹੜਾ ਧਾਰਨੀ ਹੋਏਗਾ ਉਹ ਸੁਖੀ ਹੈ ਸੰਸਾਰ ਦੇ ਅੰਦਰ। ਆ ਬਾਣੀ ਦਾ ਬਚਨ ਆਉਂਦਾ ਹੈ, ਉੱਚਾ ਚੜ੍ਹੈ ਸੋ ਪਵੈ ਪਿਆਲਾ, ਧਰਨ ਪੜੈ ਤਿਸ ਲੱਗੈ ਨਾ ਕਾਲਾ। ਜਿੰਨੀ ਕੋਈ ਉਚਾਈ 'ਤੇ ਚੜ੍ਹਿਆ, ਡਿੱਗਣ ਦਾ ਉਤਨਾ ਜ਼ਿਆਦਾ ਖਤਰਾ ਹੈ, ਚੋਟ ਉਤਨੀ ਜ਼ਿਆਦਾ ਉਸ ਨੂੰ ਲੱਗੇਗੀ। ਜਿਹੜਾ ਧਰਤੀ 'ਤੇ ਸਮਤਲ ਜ਼ਮੀਨ 'ਤੇ ਖਲੋਤਾ ਹੈ, ਉਹਨੂੰ ਡਿੱਗਣ ਦਾ ਕਾਹਦਾ ਖਤਰਾ। ਉੱਚਾ ਚੜ੍ਹੈ ਸੋ ਪਵੈ ਪਿਆਲਾ। ਜਿੰਨਾ ਉੱਚਾ ਚੜ੍ਹਿਆ ਹੈ ਉਨਾ ਥੱਲੇ ਵੀ ਡਿੱਗਦਾ। ਭਾਵ ਜਿਤਨਾ ਕੋਈ ਹੰਕਾਰ ਹੈ ਜੀਵਨ ਦੇ ਅੰਦਰ, ਦੁੱਖ ਖੁਆਰੀ ਵੀ ਉਤਨੀ ਜ਼ਿਆਦੀ ਉਸ ਦੇ ਜੀਵਨ 'ਚ ਵਰਦੀ ਹੈ। ਤੋ ਜਿਹੜਾ ਧਰਨ ਪੜ੍ਹੈ ਬੜੀ ਨਿਮਰਤਾ 'ਚ ਹੈ, ਉਸ ਨੂੰ ਸਤਿਗੁਰੂ ਕਹਿਣ ਲੱਗੇ ਕਾਹਦਾ ਦੁੱਖ ਹੈ, ਉਸ ਨੂੰ ਕਾਹਦਾ ਸੰਤਾਪ। ਸੁਖੀ ਹੈ ਉਹ ਬੜਾ, ਜਿਹੜਾ ਮਸ਼ਕੀਨ, ਜਿਹਦੇ ਕੋਲ ਨਿਮਰਤਾ ਦਾ ਲੌਕਰ ਹੈ। ਰੱਬ ਦੇ ਮਾਣਕ ਮੋਤੀ ਗੁਣਾਂ ਦੇ ਕਿੰਨੇ ਵਰਤ ਜਾਂਦੇ ਨੇ। ਨਿਮਰਤਾ ਦੇ ਲੌਕਰ ਦੇ ਅੰਦਰ ਰੱਬੀ ਗੁਣਾਂ ਨੂੰ ਸੰਭਾਲ ਕੇ ਰੱਖਿਆ ਜਾ ਸਕਦਾ ਹੈ, ਉਹ ਬੜਾ ਚੰਗਾ ਹੈ। ਅਤੇ ਜਿਹਦੇ ਕੋਲ ਨਿਮਰਤਾ ਦਾ ਝੋਲਾ ਨਹੀਂ, ਨਿਮਰਤਾ ਦਾ ਬਕਸਾ ਨਹੀਂ, ਉਹਦੇ ਜੀਵਨ ਵਿੱਚ ਵੀ ਗੁਣਾਂ ਦਾ ਵਾਸਾ ਨਹੀਂ ਹੁੰਦਾ। ਔਗਣ, ਦੁੱਖ, ਵਿਕਾਰ ਜ਼ਰੂਰ ਉੱਥੇ ਘਰ ਕਰ ਜਾਂਦੇ ਨੇ। ਤੋ ਗੁਰਦੇਵ ਆਖਦੇ ਨੇ, ਆਪ ਨਿਵਾਰ ਤਲੇ। ਜਿਹਨੇ ਆਪਣੇ ਆਪ ਨੂੰ ਨੀਵਾਂ ਰੱਖਿਆ, ਤਲੇ। ਨਿਵਾਰ ਦਾ ਅਰਥ ਹੈ ਆਪਣੇ ਆਪ ਨੂੰ ਪਰੇ ਕਰਕੇ। ਨੀਵਾਂ ਹੀ ਸਤਿਕਾਰ ਦਾ ਅਧਿਕਾਰੀ ਬਣ ਜਾਂਦਾ ਹੈ। ਆ ਬੰਦੇ ਦਾ ਸਿਰ ਨਹੀਂ ਕਦੇ ਪੂਜਿਆ ਜਾਂਦਾ। ਜਦੋਂ ਆਪਾਂ ਕਹਿੰਦੇ ਹਾਂ ਪੈਰੀ ਪੈਣਾ, ਚਰਨਾਂ ਨੂੰ ਸਪਰਸ਼ ਕੀਤਾ ਜਾਂਦਾ ਹੈ। ਸਿਰ ਉੱਚਾ ਹੈ ਪਰ ਪੂਜੇ ਚਰਨ ਜਾਂਦੇ ਨੇ, ਕਿਉਂਕਿ ਨੀਵੇਂ ਨੇ, ਨਿਮਰਤਾ 'ਚ ਨੇ। ਸਤਿਕਾਰ ਮਾਣ ਵੀ ਉਸੇ ਨੂੰ ਮਿਲਦਾ ਹੈ ਜਿਹਦੇ ਜੀਵਨ ਵਿੱਚ ਨਿਮਰਤਾ ਗਰੀਬੀ ਭਾਵ ਹੁੰਦਾ ਹੈ। ਨਹੀਂ ਤਾਂ ਵੱਡੇ ਵੱਡੇ ਹੰਕਾਰੀਆਂ, ਬਹੁਤ ਵੱਡੇ ਵੱਡੇ ਹੰਕਾਰੀ। ਅੱਗੇ ਸਤਿਗੁਰੂ ਸਾਰੀ ਅਸ਼ਟਪਦੀ ਅੰਦਰ ਇਹਦੀ ਵਿਆਖਿਆ ਕਰਨਗੇ। ਉੱਥੇ ਰਾਜਿਆਂ ਦਾ ਜ਼ਿਕਰ ਸਾਹਿਬ ਨੇ ਕੀਤਾ, ਤਨ ਦੀ ਸੁੰਦਰਤਾ ਦਾ ਹੰਕਾਰ ਹੋ ਗਿਆ, ਉਹਦਾ ਜ਼ਿਕਰ ਕੀਤਾ। ਧਨ ਦਾ ਹੰਕਾਰ ਹੋ ਗਿਆ, ਉਹਦਾ ਜ਼ਿਕਰ ਕੀਤਾ।
ਕਿਸੇ ਨੂੰ ਗਿਆਨ ਕਰਮ ਦਾ ਹੰਕਾਰ ਹੋ ਗਿਆ, ਉਹਦਾ ਵੀ ਜ਼ਿਕਰ ਕੀਤਾ। ਬੜੇ ਬੜੇ ਹੰਕਾਰੀਆਂ, ਵੱਡੇ ਵੱਡੇ ਰਾਵਣ ਵਰਗੇ ਬਹੁਤ ਵੱਡੇ ਵੱਡੇ ਹੰਕਾਰੀ, ਕੌਰਵਾਂ ਦੇ ਵਰਗੇ ਹਮਰੋ ਕਰਤਾ ਰਾਮ ਸਨੇਹੀ, ਕਾਹੇ ਰੇ ਨਰ ਗਰਭ ਕਰਤ ਹੋ ਬਿਨ ਸਜਾਏ ਝੂਠੀ ਦੇਹੀ। मेरी मेरी कैरों करते दुर्योधन से भाई, 12 जोजन छतर चलै था देही गिरजन खाई। गुरुदेव ने सारी लिस्ट साढ़े सामने रखी है, सानू दसिया है। गुरुदेव कहते बड़े बड़े हंकारियां नानक गर्भ गले, हंकार दे च गल गए, सड़ गए, नाश हो गया उन्हां दा जीवन। अष्टपदी ਅੱਗੇ ਸਾਹਿਬ ਜੀ ਇਹਦੀ ਵਿਆਖਿਆ ਕਰਦੇ ਨੇ। ਅਸ਼ਟ ਸ਼ਬਦ ਸੰਸਕ੍ਰਿਤ ਦਾ ਹੈ, ਜਿਹਦਾ ਅਰਥ ਹੁੰਦਾ ਹੈ 8। 8 ਪਦੇ ਨੇ ਅੱਗੇ। ਤੋ ਸਤਿਗੁਰੂ ਅੱਗੇ ਅਸ਼ਟਪਦੀ, ਜਿਹਦੇ 'ਚ 80 ਪੰਕਤੀਆਂ ਨੇ। ਗੁਰਦੇਵ ਸੱਚੇ ਪਾਤਸ਼ਾਹ ਉਹਦਾ ਗਿਆਨ ਸਾਨੂੰ ਬਖਸ਼ਿਸ਼ ਕਰਦੇ ਨੇ। ਜਿਸ ਕੈ ਅੰਤਰ ਰਾਜ ਅਭਿਮਾਨ, ਗੁਰਦੇਵ ਜੀ ਦੱਸਦੇ ਨੇ ਵੀ ਹੰਕਾਰ ਕਿਵੇਂ ਨਾਸ਼ ਕਰਦਾ ਜੀਵਨ ਨੂੰ। ਜਿਸ ਕੈ ਅੰਤਰ ਰਾਜ ਅਭਿਮਾਨ, ਬੜਾ ਵੱਡਾ ਅਭਿਮਾਨ ਹੁੰਦਾ ਹੈ ਰਾਜ ਦਾ। ਕੋਈ ਐਸਾ ਹੁੰਦਾ ਜਿਹੜਾ ਰਾਜ ਜੋਗੀ ਹੁੰਦਾ ਹੈ, ਨਹੀਂ ਤੇ ਰਾਜਿਆਂ ਨੂੰ ਆਪਣੀ ਹੰਕਾਰ, ਇੱਥੋਂ ਤੱਕ ਤੁਸੀਂ ਵੇਖੋ ਸਾਡੇ ਇਤਿਹਾਸ ਅੰਦਰ ਰਾਜੇ ਰੱਬ ਬਣੇ ਨੇ। ਅੱਜ ਦੇ ਵੀ ਵਰਤਮਾਨ ਰਾਜੇ ਨੇ ਜਿਹੜੇ, ਲੋਕੀ ਉਹਨੂੰ ਭਗਵਾਨ ਮੰਨਦੇ ਨੇ। ਹੁੰਦਾ ਐਸੇ ਤਰ੍ਹਾਂ ਰਾਜ ਦਾ ਇੰਨਾ ਕੁ ਹੰਕਾਰ ਹੋ ਗਿਆ, ਰਾਜੇ ਹੀ ਭਗਵਾਨ ਬਣ ਗਏ। ਬਹੁਤੇ ਭਗਵਾਨ ਰਾਜਿਆਂ ਦੇ ਘਰ ਕਿਉਂ ਪੈਦਾ ਹੋਏ ਨੇ? ਅਸਲ ਭਗਵਾਨ ਨਾ ਜੰਮਦਾ ਨਾ ਮਰਦਾ। ਰਾਜਿਆਂ ਦਾ ਹੰਕਾਰ ਇੰਨਾ ਸੀ, ਉਹ ਕਹਿਣ ਲੱਗੇ ਅਸੀਂ ਭਗਵਾਨ, ਅਸੀਂ ਪਰਮਾਤਮਾ ਦੇ ਅਵਤਾਰ ਹਾਂ। ਬਹੁਤ ਵਾਰ ਐਸਾ ਹੁੰਦਾ, ਕਦੇ ਕਦੇ ਹੁੰਦਾ ਕੋਈ ਰਾਜਾ ਵੀ ਹੋਏ ਜਨਕ ਵਰਗਾ, ਜੋਗੀ ਵੀ ਹੋਏ। ਕਦੇ ਕਦੇ ਕੋਈ ਰਾਜਾ ਹੁੰਦਾ, ਰਾਜਿਆਂ ਦੀਆਂ ਤਸਵੀਰਾਂ ਆਪਣੀਆਂ, ਮੋਹਰਾਂ ਆਪਣੀਆਂ, ਨਾਮ ਆਪਣੇ। ਤੇ ਕਦੇ ਕਦੇ ਰਾਜ ਆਉਂਦਾ, ਦੇਗੋ ਤੇਗੋ ਫਤਿਹ ਨੁਸਰਤ ਬੇਦਰੰਗ ਯਾਫਤ ਅਜ ਨਾਨਕ ਗੁਰੂ ਗੋਬਿੰਦ। ਜਦੋਂ ਰਾਜ ਮਿਲਿਆ ਬਾਬਾ ਬੰਦਾ ਸਿੰਘ ਜੀ ਬਹਾਦਰ, ਰਾਜ ਮਿਲਿਆ ਮਹਾਰਾਜਾ ਰਣਜੀਤ ਸਿੰਘ, ਕਹਿਣ ਲੱਗੇ ਸਿੱਕੇ ਤੇ ਗੁਰੂ ਨਾਨਕ ਤੇ ਗੁਰੂ ਗੋਬਿੰਦ ਸਿੰਘ ਦਾ ਨਾਮ ਹੋਣਾ ਚਾਹੀਦਾ, ਸਾਡਾ ਨਹੀਂ। ਉਹਨਾਂ ਦੀ ਬਦੌਲਤ ਦੇਗ ਵੀ ਉਹਨਾਂ ਦੀ ਹੈ, ਤੇਗ ਦੀ ਵੀ ਸ਼ਕਤੀ ਵੀ ਉਹਨਾਂ ਦੀ ਹੈ। ਕਦੇ ਕਦੇ ਕੋਈ ਰਾਜਾ ਇਸ ਗੱਲ ਨੂੰ ਕਬੂਲ ਕਰਦਾ, ਨਹੀਂ ਮੇਰਾ ਕੁਝ ਨਹੀਂ। ਇਹ ਉਸ ਮਾਲਕ ਦੀ ਅਮਾਨਤ ਹੈ। ਜਿੱਥੇ ਰਾਜ ਹੁੰਦਿਆਂ ਯੋਗ ਪੈਦਾ ਹੋ ਜਾਂਦਾ ਹੈ। ਨਹੀਂ ਤੇ ਸਾਹਿਬ ਕਹਿਣ ਲੱਗੇ ਜਿਸ ਕੈ ਅੰਤਰ ਰਾਜ ਅਭਿਮਾਨ, ਜਿਹਦੇ ਅੰਦਰ ਰਾਜ ਦਾ ਅਭਿਮਾਨ ਹੈ, ਸੋ ਨਰਕ ਪਾਤੀ ਹੋਵਤ ਸਵਾਨ। ਸਵਾਨ ਦਾ ਅਰਥ ਹੈ ਕੁੱਤਾ। ਬਾਣੀ 'ਚ 3 ਪ੍ਰਕਾਰ ਦੇ ਕੁੱਤਿਆਂ ਦਾ ਜ਼ਿਕਰ ਆਇਆ ਹੈ। ਇੱਕ ਪਾਲਤੂ ਕੁੱਤਾ ਹੈ, ਇੱਕ ਅਵਾਰਾ ਕੁੱਤਾ ਹੈ, ਇੱਕ ਹਲਕਾ ਕੁੱਤਾ ਹੈ। ਪਾਲਤੂ ਕੁੱਤੇ ਨੂੰ ਗੁਰਬਾਣੀ ਨੇ, ਗੁਰੂ ਤੇਗ ਬਹਾਦਰ ਸਾਹਿਬ ਦਾ ਹੀ ਆਪਾਂ ਬਚਨ ਪੜ੍ਹਦੇ ਹਾਂ, ਸੁਆਮੀ ਕੋ ਗ੍ਰਹਿ ਜਿਉ ਸਦਾ ਸਵਾਨ ਤਜਤ ਨਹੀਂ ਨਿਤ। ਨਾਨਕ ਇਹ ਬਿਦ ਹਰ ਭਜੋ, ਇੱਕ ਮਨ ਹੋਏ ਇੱਕ ਚਿੱਤ। ਮੁਬਾਰਕ ਹੈ ਜਿਸ ਦੇ ਅੰਦਰ ਇਸ ਤਰ੍ਹਾਂ ਦਾ ਭਰੋਸਾ ਮਾਲਕ ਪ੍ਰਤੀ ਬਣ ਜਾਏ। ਕੁੱਤਾ ਵਫਾਦਾਰ ਹੈ, ਪਰ ਕੁੱਤਾ ਹਲਕਾ ਵੀ ਹੁੰਦਾ ਹੈ। ਉੱਥੇ ਕੋਈ ਜਿਸ ਰਾਜੇ ਦੇ ਅੰਦਰ ਹੰਕਾਰ ਆ ਗਿਆ, ਲੋਭ ਆ ਗਿਆ, ਉਹ ਹਲਕੇ ਕੁੱਤੇ ਤੋਂ ਵੀ ਜ਼ਿਆਦਾ ਖਤਰਨਾਕ ਹੈ। ਰਾਜਿਆਂ ਦਾ ਹੰਕਾਰ, ਰਾਜ ਦਾ ਹੰਕਾਰ ਦੇਸ਼ਾਂ ਦੇ ਦੇਸ਼ ਤਬਾਹ ਕਰ ਦਿੰਦਾ। ਆ ਸਾਡੇ ਸਾਹਮਣੇ ਅੱਜ ਵੀ ਉਦਾਹਰਨਾਂ ਨੇ। ਵੇਖੋ ਹੰਕਾਰ ਦੀਆਂ ਲੜਾਈਆਂ ਨੇ, ਬੱਚੇ ਮਰ ਰਹੇ ਨੇ, ਭੈਣਾਂ ਮਰ ਰਹੀਆਂ ਨੇ। ਕੌਣ ਚੀਕ ਪੁਕਾਰ ਸੁਣੇ? ਇੱਕ ਕਹਿੰਦਾ ਮੇਰਾ ਹੰਕਾਰ ਹੈ, ਦੂਜਾ ਕਹਿੰਦਾ ਮੇਰਾ ਹੰਕਾਰ ਹੈ।
ਗੱਲ ਤੇ ਹੰਕਾਰ ਦੀ ਹੈ। ਗੱਲ ਤੇ ਧਰਤੀ ਦੇ ਟੁਕੜਿਆਂ ਦੀ ਹੈ। ਨਾ ਇਹਨਾਂ ਨੂੰ ਸਿਰ ਤੇ ਕੋਈ ਚੁੱਕ ਕੇ ਲੈ ਗਿਆ ਹੈ, ਨਾ ਕਿਸੇ ਨੇ ਲਿਜਾਣਾ ਹੈ। ਸਭ ਕੁਝ ਇੱਥੇ ਹੀ ਪਿਆ ਹੈ। ਪਰ ਜਿਹੜਾ ਹਕੀਕਤ ਨੂੰ ਸਮਝਦਾ ਹੈ ਉਹਦੇ ਜੀਵਨ 'ਚ ਹੀ ਕੁਝ ਕ੍ਰਾਂਤੀ ਆਏਗੀ, ਕੁਝ ਬਦਲਾਅ ਆਏਗਾ। ਨਹੀਂ ਤੇ ਗੁਰਦੇਵ ਕਹਿੰਦੇ ਰਾਜ ਦਾ ਹੰਕਾਰ ਹੈ ਇਤਨਾ, ਸੋ ਨਰਕ ਪਾਤੀ ਹੋਵਤ ਸੁਆਨ। ਗੁਰਦੇਵ ਕਹਿੰਦੇ ਉਹ ਨਰਕ ਪਾਤੀ, ਉਹਦਾ ਵਾਸਾ ਨਰਕਾਂ 'ਚ ਹੈ ਤੇ ਕੁੱਤੇ ਦੀ ਜੂਨ ਭੋਗਦਾ ਹੈ, ਸਮਝ ਲਓ। ਸੁਆਨ ਇਹਦਾ ਇੱਥੇ ਅਰਥ ਹੈ ਕੁੱਤਾ, ਭਾਵ ਭਟਕਦਾ ਹੈ। ਬਿਰਤੀ ਉਹਦੀ ਇਸੇ ਤਰ੍ਹਾਂ ਦੀ ਹੁੰਦੀ ਹੈ। ਜੋ ਜਾਣੈ ਮੈਂ ਜੋਬਨਵੰਤ, ਜਿਹੜਾ ਕਹਿੰਦਾ ਮੈਂ ਬੜਾ ਜੋਬਨਵੰਤ ਹਾਂ, ਬੜਾ ਮਾਣ ਹੁੰਦਾ ਹੈ, ਬੜਾ ਪ੍ਰਬਲ ਮਾਣ ਹੈ ਜੋਬਨ ਦਾ। ਸਤਿਗੁਰ ਕਹਿਣ ਲੱਗੇ ਜਿਹਨੂੰ ਇਹ ਆ ਜਾਏ, ਜਿਹਨੂੰ ਇਹ ਹੈ ਵੀ ਵਾਹਿਗੁਰੂ ਆ ਤੂੰ ਦਿੱਤਾ ਤਨ, ਤੂੰ ਦਿੱਤਾ ਰਾਜ, ਮੁਬਾਰਕ ਹੈ ਉਹ। ਪਰ ਜੋ ਜਾਣੈ ਮੈਂ ਜੋਬਨਵੰਤ, ਸੋ ਹੋਵਤ ਵਿਸ਼ਟਾ ਕਾ ਜੰਤ। ਗੁਰਦੇਵ ਕਹਿੰਦੇ ਫਿਰ ਉਹ ਗੰਦਗੀ ਦਾ ਕੀੜਾ ਬਣ ਜਾਂਦਾ। ਵਿਸ਼ਟਾ ਦਾ ਅਰਥ ਹੈ ਗੰਦਗੀ। ਉਹ ਫਿਰ ਗੰਦਗੀ ਦਾ ਕੀੜਾ ਬਣ ਜਾਂਦਾ ਹੈ ਜਿਹਨੂੰ ਇਹ ਹੰਕਾਰ ਆ ਗਿਆ। ਤਾਂ ਹੀ ਬਾਬਾ ਫਰੀਦ ਜੀ ਕਹਿਣ ਲੱਗੇ ਜੋਬਨ ਦਿੱਤਾ ਹੈ ਰੱਬ ਨੇ, ਮਾੜਾ ਨਹੀਂ। ਮੁਬਾਰਕ ਹੈ ਕੋਈ ਜਵਾਨੀ 'ਚ ਧਰਮ ਦੇ ਰਾਹ 'ਤੇ ਤੁਰਦਾ ਹੋਏ, ਬਹੁਤ ਮੁਬਾਰਕ ਹੈ, ਬਹੁਤ ਮੁਬਾਰਕ ਆ। ਭਾਈ ਲਹਿਣਾ ਜੀ ਜਵਾਨੀ ਦੀ ਉਮਰ ਦੇ ਵਿੱਚ ਸਨ, 32 ਸਾਲ ਦੀ ਉਮਰ ਸੀ। ਜਦੋਂ ਪੁੱਛ ਰਹੇ ਸਨ ਨਾਨਕ ਕਿੱਥੇ ਹੈ, ਨਾਨਕ ਦਾ ਘਰ ਕਿੱਥੇ ਹੈ, ਤੇ ਪੁੱਛਦਿਆਂ ਗੁਰੂ ਨਾਨਕ ਕੋਲੋਂ ਹੀ ਪੁੱਛ ਲਿਆ। ਬੜੀ ਅਦਭੁਤ ਘਟਨਾ ਹੈ। ਜਦੋਂ ਕੋਈ ਜਵਾਨ ਪੁੱਛਦਾ ਵੀ ਜਪਜੀ ਸਾਹਿਬ ਦੇ ਕੀ ਅਰਥ ਨੇ, ਸੁਖਮਨੀ ਸਾਹਿਬ ਦਾ ਕੀ ਭਾਵ ਹੈ, ਬਹੁਤ ਵੱਡੀ ਗੱਲ ਹੈ, ਸੱਚ ਜਾਣਿਓ। ਨਹੀਂ ਤੇ ਬੜਾ ਘੱਟ ਵਰਤਦਾ ਹੈ, ਕਿਉਂਕਿ ਜੋਸ਼ ਵਿੱਚ ਮਨੁੱਖ ਹੋਸ਼ ਭੁੱਲ ਜਾਂਦਾ ਹੈ। ਤੋ ਬਾਬਾ ਫਰੀਦ ਜੀ ਕਹਿਣ ਲੱਗੇ ਫਰੀਦਾ ਜੋਬਨ ਜਾਂਦੇ ਨਾ ਡਰਾਂ, ਜੇ ਸ਼ੌ ਪ੍ਰੀਤ ਨਾ ਜਾਏ। ਮੁਬਾਰਕ ਹੈ ਜਵਾਨੀ ਹੋਏ, ਸੇਵਾ ਵੀ ਹੋਏ, ਸਤਿਕਾਰ ਹੋਏ ਸਭ ਦਾ, ਮਾਂ ਪਿਓ ਦਾ ਸਭ ਦਾ ਸਤਿਕਾਰ ਹੋਏ। ਜਵਾਨੀ ਹੋਏ, ਨਿਮਰਤਾ ਵੀ ਹੋਏ ਬੰਦੇ ਕੋਲ, ਜਵਾਨੀ ਹੋਏ, ਸੇਵਾ ਵੀ ਹੋਏ, ਪਰਉਪਕਾਰ ਵੀ ਹੋਏ। ਨਹੀਂ ਤੇ ਬਾਬਾ ਫਰੀਦ ਜੀ ਕਹਿੰਦੇ ਪਤਾ ਨਹੀਂ ਕਿੰਨੀਆਂ ਜਵਾਨੀਆਂ ਰੁਲ ਗਈਆਂ ਵੇਂਦਿਆਂ। ਫਰੀਦਾ ਜੋਬਨ ਜਾਂਦੇ ਨਾ ਡਰਾਂ, ਜੋ ਸ਼ਹਿ ਪ੍ਰੀਤ ਨਾ ਜਾਏ। ਕਿਤਨੀ ਜੋਬਨ ਪ੍ਰੀਤ ਬਿਨ ਸੁੱਕ ਗਏ ਕੁਮਲਾਏ। ਕਿੰਨੀਆਂ ਜਵਾਨੀਆਂ ਸੁੱਕ ਗਈਆਂ, ਤੇ ਜਿਨ੍ਹਾਂ ਨੂੰ ਗੁਰਦੇਵ ਕਹਿੰਦੇ ਮਾਣ ਆ ਗਿਆ ਜੋਬਨ ਦਾ ਹੀ। ਸੋ ਹੋਵਤ ਬਿਸ਼ਟਾ ਕਾ ਜੰਤ, ਉਹ ਬਿਸ਼ਟਾ ਦਾ ਜੰਤ ਹੈ, ਗੰਦਗੀ ਦਾ ਕੀੜਾ ਹੈ। ਸਾਹਿਬ ਆਖਦੇ ਨੇ ਆਪਸ ਕੋ ਕਰਮਵੰਤ ਖਾਵੇ। ਵੇਖੋ ਇੱਕ ਪਾਸੇ ਤਸਵੀਰ ਰੱਖ ਰਹੇ ਨੇ, ਇੱਕ ਪਾਸੇ ਪ੍ਰਣਾਮ ਰੱਖ ਰਹੇ ਨੇ। ਆਪਸ ਕੋ ਕਰਮਵੰਤ ਕਹਾਵੇ। ਕਰਮਵੰਤ ਕਿਸੇ ਕਰਮ ਦਾ ਹੰਕਾਰ ਆ ਜਾਏ ਵੀ ਮੈਂ ਸਿਆਣਾ, ਘਰ 'ਚ ਮੈਂ ਵੱਡਾ, ਮੈਨੂੰ ਜ਼ਿਆਦੀ ਲਿਆਕਤ ਹੈ, ਇਹਨੂੰ ਕਹਿੰਦੇ ਨੇ ਕਰਮਵੰਤ। ਜਾਂ ਮੈਂ ਇਹ ਕਰਮ ਚੰਗੇ ਤਰੀਕੇ ਨਾਲ ਕਰਦਾ, ਕੋਈ ਵੀ ਹੋਏ ਕਰਮਵੰਤ। ਧਰਮ ਦਾ ਕਰਮ ਦਾ ਮਾਣ ਆ ਜਾਏ, ਸੰਸਾਰ ਦੀ ਸਿਆਣਪ ਦਾ ਮਾਣ ਆ ਜਾਏ। ਜਿਹੜਾ ਕਹਿੰਦਾ ਵੀ ਮੈਂ ਕਰਮਵੰਤ ਆ, ਦੂਜੇ ਨੂੰ ਥਾਂ ਹੀ ਨਾ ਦੇ। ਜੋ ਸਾਹਿਬ ਜੀ ਹੰਕਾਰ ਦੀ ਗੱਲ ਹੈ, ਹੰਕਾਰ ਉਹੀ ਹੈ ਜਿੱਥੇ ਦੂਜੇ ਨੂੰ ਕੋਈ ਗੁੰਜਾਇਸ਼ ਨਹੀਂ ਹੈ। ਹੰਕਾਰ ਹਮੇਸ਼ਾ ਹੀ ਵਿਸ਼ੇਸ਼ਤਾ ਲੱਭਦਾ ਹੈ, ਧਿਆਨ ਲੱਭਦਾ ਹੈ। ਉਹ ਕੋਈ ਵੀ ਹੋਵੇ, ਘਰ 'ਚ ਵੀ ਤਾਂ ਹੀ ਲੜਾਈਆਂ ਹੁੰਦੀਆਂ ਜਦੋਂ ਇੱਕ ਬੰਦਾ ਧਿਆਨ ਜ਼ਿਆਦਾ ਲੱਭਦਾ ਹੈ ਵੀ ਮੈਨੂੰ ਤਵੱਜੋ ਦਿਓ, ਮੈਂ ਜਠਾਣੀ ਆ ਮੈਨੂੰ ਜ਼ਿਆਦਾ ਪਤਾ ਹੈ, ਮੈਂ ਨਨਾਣ ਆ ਮੈਨੂੰ ਜ਼ਿਆਦਾ ਪਤਾ ਹੈ, ਮੈਂ ਸੱਸ ਆ ਮੈਨੂੰ ਜ਼ਿਆਦਾ ਪਤਾ ਹੈ, ਮੈਂ ਇੱਥੋਂ ਹੀ ਲੜਾਈਆਂ ਸ਼ੁਰੂ ਹੁੰਦੀਆਂ ਨੇ। ਹੰਕਾਰ ਤਵੱਜੋ ਮੰਗਦਾ, ਦੂਜੇ ਨੂੰ ਤਵੱਜੋ ਨਹੀਂ ਕਦੇ ਦਿੰਦਾ। ਤੇ ਕਈ ਵਾਰ ਇਹ ਤਵੱਜੋ ਬੰਦਾ ਧਰਮ ਦੇ ਕਰਮਾਂ 'ਚ ਵੀ ਲੱਭਦਾ ਹੈ, ਜਿਹਨੂੰ ਗੁਰੂ ਤੇਗ ਬਹਾਦਰ ਸਾਹਿਬ ਕਹਿਣ ਲੱਗੇ ਤੀਰਥ ਬਰ ਤਰ ਦਾਨ ਕਰ, ਮਨ ਮੈਂ ਧਰੈ ਗੁਮਾਨ। ਨਾਨਕ ਨਿਫਲ ਜਾਤ ਤੇ ਜਿਉ ਕੁੰਚਰ ਇਸ਼ਨਾਨ। ਇਹ ਹੈ ਕਰਮਵੰਤ ਹੋਣਾ। ਕਰਮ ਚੰਗਾ ਕਰਨਾ ਮਾੜਾ ਨਹੀਂ ਹੈ, ਸਮਝ ਹੋਏ ਮਾੜਾ ਨਹੀਂ, ਪਰ ਤਵੱਜੋ ਲੈਣਾ ਉਹਦੇ ਵਿੱਚੋਂ।
ਤੇ ਸਤਿਗੁਰ ਆਖਦੇ ਨੇ ਫਿਰ ਜਿਹੜਾ ਕਰਮਵੰਤ ਕਹਾਉਂਦਾ ਆਪਸ ਕੋ ਕਰਮਵੰਤ ਕਹਾਵੈ, ਜਨਮ ਮਰੈ ਬਹੁ ਜੋਨ ਪਰਮਾਵੈ। ਉਹ ਜੰਮਦਾ ਹੈ ਮਰਦਾ ਹੈ, ਟਿਕਾ ਨਹੀਂ ਉਹਦੇ 'ਚ। ਕਰਮਵੰਤ ਜਿਹੜਾ ਕਹਾ ਰਿਹਾ ਹੋਏ ਨਹੀਂ, ਮਾੜਾ ਨਹੀਂ ਕਰਮਵੰਤ ਹੋਣਾ, ਪਰ ਕਰਮਵੰਤ ਅਖਵਾਉਣਾ ਵੀ ਮੈਨੂੰ ਆਖੋ ਮੈਂ ਸਿਆਣਾ ਹੈ, ਮੈਨੂੰ ਆਖੋ ਮੈਂ ਗਿਆਨੀ ਹਾਂ, ਮੈਨੂੰ ਆਖੋ ਮੈਂ ਦਾਨੀ ਹਾਂ। ਸਾਰੀ ਸੰਗਤ ਨੂੰ ਦੱਸੋ ਵੀ 1100 ਦੀ ਪਰਚੀ ਕੱਟੀ ਹੈ, ਮੁਸ਼ਕਲ ਹੈ ਫਿਰ ਉੱਥੇ ਬੜੀ। ਸਾਰੀ ਸੰਗਤ ਨੂੰ ਪਤਾ ਲੱਗ ਜਾਏ ਨਿਹਾਲ ਸਿੰਘ ਵੱਲੋਂ ਲੰਗਰ ਹੈ। ਜੇ ਕਹਿਤਾ ਵੀ ਗੁਰੂ ਦਾ ਲੰਗਰ ਹੈ, ਫਿਰ ਨਿਹਾਲ ਸਿੰਘ ਕਿੱਥੋਂ ਆ ਗਏ? ਜੇ ਅਰਦਾਸ ਹੋ ਗਈ ਵੀ ਗੁਰੂ ਦਾ ਲੰਗਰ ਹਾਜ਼ਰ ਹੈ, ਜੇ ਗੁਰੂ ਦਾ ਹੋ ਗਿਆ ਫਿਰ ਨਿਹਾਲ ਸਿੰਘ ਦਾ ਕਿੱਥੇ ਹੈ? ਜੇ ਨਿਹਾਲ ਸਿੰਘ ਦਾ ਫਿਰ ਗੁਰੂ ਦਾ ਨਹੀਂ ਨਾ ਹੋਇਆ, ਫਿਰ ਅਜੇ ਫਿਰ ਕਰਮਵੰਤ ਕਹਾਉਣ ਲੱਗ ਪਿਆ ਨਾ। ਫਿਰ ਘਟਨਾ ਨਹੀਂ, ਸਤਿਗੁਰ ਕਹਿੰਦੇ ਭਟਕਣਾ ਨਹੀਂ ਮੁੱਕਣੀ ਉਹਦੇ ਜੀਵਨ ਦੀ। ਤੋ ਜਨਮ ਮਰੈ ਬਹੁ ਜੋਨ ਪਰਮਾਵੈ, ਧਨ ਭੂਮਿਕਾ ਜੋ ਕਰੈ ਗੁਮਾਨ। ਇੱਕ ਇੱਕ ਗੱਲ ਸਤਿਗੁਰ ਕਹਿ ਰਹੇ ਨੇ, ਪੜ੍ਹਦੇ ਆਪਾਂ ਰੋਜ਼ ਆ ਸੁਖਮਨੀ ਸਾਹਿਬ। ਤੋ ਕਈ ਵਾਰ ਇਸੇ ਗੱਲ ਤੋਂ ਬੰਦਾ ਲੜੀ ਜਾਂਦਾ ਹੁੰਦਾ ਵੀ ਮੇਰੀ ਵਾਰੀ ਸੀ ਅਸ਼ਟਪਦੀ ਦੀ, ਮੇਰੀ ਸੀ। ਸੱਚ ਜਾਣੇ ਉਹ ਸਭਾ ਸੁਸਾਇਟੀਆਂ ਬਣ ਗਈਆਂ, ਉੱਥੇ ਵੀ ਇਹ ਲੜਾਈ ਹੋ ਜਾਂਦੀ ਵੀ ਮੈਂ ਕੀਰਤਨ ਕਰਨਾ ਸੀ, ਮੈਂ ਮੇਰੀ ਵਾਰੀ ਸੀ। ਉੱਥੇ ਵੀ ਬੜੇ ਨਾਰਾਜ਼ ਹੋ ਕੇ ਚਲੇ ਜਾਂਦੇ ਨੇ। ਜ਼ਰੂਰੀ ਪੜ੍ਹਨਾ ਨਹੀਂ ਹੈ, ਸਮਝੀਏ ਤੇ ਸਹੀ ਸਤਿਗੁਰ ਕੀ ਕਹਿ ਰਹੇ ਨੇ। ਤੋ ਧਨ ਭੂਮਿਕਾ ਜੋ ਕਰੈ ਗੁਮਾਨ, ਜਿਹਨੂੰ ਧਨ ਦਾ ਗੁਮਾਨ ਹੈ। ਭੂਮ ਜਿਹੜਾ ਕਹਿੰਦਾ ਵੀ ਸਾਡੀ ਕਨਾਲ ਦੀ ਕੋਠੀ ਹੈ, ਦੂਜਿਆਂ ਦੇ 4 ਮਰਲਿਆਂ ਦੇ ਮਕਾਨ ਨੇ, ਮਾੜਾ ਨਹੀਂ ਹੈ। ਰੱਬ ਨੇ ਦਿੱਤੀ ਹੋਏ ਕਨਾਲ ਦੀ ਹੋਏ 4 ਮਰਲਿਆਂ ਦਾ, 10 ਮਰਲਿਆਂ ਦਾ। ਮਾੜਾ ਉਦੋਂ ਜਦੋਂ ਬੰਦਾ ਹੰਕਾਰ ਕੰਪੇਅਰ ਦੂਜੇ ਨਾਲ ਤੁਲਨਾ ਕਰ ਰਿਹਾ, ਦੂਜੇ ਨੂੰ ਦੱਸ ਰਿਹਾ, ਤੇ ਹੰਕਾਰੀ ਦੀਆਂ ਗੱਲਾਂ ਬਾਤਾਂ 'ਚ ਇਹ ਚੀਜ਼ਾਂ ਹੀ ਹੋਣਗੀਆਂ। ਜਿਹਨੇ ਦਿੱਤਾ ਉਹ ਨਹੀਂ ਹੁੰਦਾ, ਜਿਹਨੇ ਦਿੱਤਾ ਨਾ ਦਾਤੇ ਨੇ, ਉਹ ਨਹੀਂ ਹੁੰਦਾ ਉਹਦੀਆਂ ਗੱਲਾਂ ਬਾਤਾਂ। ਉਹਦੀਆਂ ਗੱਲਾਂ ਬਾਤਾਂ 'ਚ ਇਹ ਚੀਜ਼ਾਂ ਹੁੰਦੀਆਂ, ਸੋਨਾ ਚਾਂਦੀ ਧਨ ਘਰ ਮਕਾਨ ਕੱਪੜੇ। ਤੋ ਸਾਹਿਬ ਕਹਿਣ ਲੱਗੇ ਸੋ ਮੂਰਖ ਅੰਧਾ ਅਗਿਆਨ, ਜਿਹੜਾ ਧਨ ਭੂਮ ਦੇ ਗੁਮਾਨ ਨਾਲ ਭਰਿਆ, ਜਿਹੜਾ ਅੱਜ ਤੱਕ ਨਾ ਕਿਸੇ ਦਾ ਹੋਇਆ ਤੇ ਨਾ ਕਿਸੇ ਦਾ ਹੋਣਾ। ਅੱਜ ਤੱਕ 2 ਚੀਜ਼ਾਂ ਕੋਈ ਸੰਸਾਰ ਤੋਂ ਨਹੀਂ ਲੈ ਕੇ ਗਿਆ, ਨਾ ਧਨ ਲੈ ਕੇ ਗਿਆ ਨਾ ਜ਼ਮੀਨ ਲੈ ਕੇ ਗਿਆ। ਵਰਤ ਲਓ ਜਿੰਨਾ ਸਮਾਂ ਰੱਬ ਨੇ ਸਵਾਸ ਦਿੱਤੇ ਨੇ। ਧਨ ਵਰਤ ਲਿਆ, ਧਰਤੀ ਵਰਤ ਲਈ, ਪਰ ਇਹ ਅੱਜ ਤੱਕ ਕੋਈ ਵੀ ਇਹਦੇ ਚੋਂ ਕੁਝ ਲੈ ਕੇ ਨਹੀਂ ਗਿਆ। ਨਾਂਗੇ ਪਾਉ ਤੇ ਗਏ ਜਿਨ ਕੇ ਲੱਖ ਕਰੋੜ। ਨੰਗੇ ਪੈਰ, ਨੰਗੇ ਪੈਰ ਦਾ ਅਰਥ ਹੀ ਹੈ, ਭਾਵੇਂ ਕੋਈ ਹਿੰਦੂ ਹੈ, ਭਾਵੇਂ ਕੋਈ ਸਿੱਖ ਹੈ, ਭਾਵੇਂ ਕੋਈ ਈਸਾਈ ਹੈ। ਠੀਕ ਹੈ, ਸੰਸਕਾਰ ਕਰਨ ਦੱਬਣ ਦੇ ਢੰਗ ਵੱਖੋ ਵੱਖ ਨੇ, ਪਰ ਪੈਰੀ ਜੁੱਤੀ ਕੋਈ ਵੀ ਨਹੀਂ ਪਾਉਂਦਾ। ਤਾਬੂਤ ਦੇ ਅੰਦਰ ਜਿਹੜੀ ਸਰੀਰ ਪਿਆ ਹੁੰਦਾ, ਪੈਰੀ ਜੁੱਤੀ ਉਹਦੇ ਵੀ ਨਹੀਂ ਹੁੰਦੀ। ਅਰਥੀ ਤੇ ਹੁੰਦਾ, ਪੈਰੀ ਜੁੱਤੀ ਉਹਦੇ ਵੀ ਨਹੀਂ ਹੁੰਦੀ। ਉਹ ਨੰਗੇ ਪੈਰ ਜਾਣ ਦਾ ਅਰਥ ਇਹ ਹੀ ਹੈ ਵੀ ਹੁਣ ਖਾਲੀ ਜਾ ਰਿਹਾ, ਨਾ ਕੁਝ ਲੈ ਕੇ ਆਇਆ ਨਾ ਕੁਝ ਲੈ ਕੇ ਜਾ ਰਿਹਾ ਹੈ। ਨਾਂਗੇ ਪਾਉ ਤੇ ਗਏ ਜਿਨ ਕੇ ਲੱਖ ਕਰੋੜ, ਕਬੀਰ ਗਰਬ ਨਾ ਕੀਜੀਐ ਦੇਹੀ ਦੇਖ ਸੁਰੰਗ। ਆ ਵੇਖੀ, ਜੋਬਨ ਦਾ ਹੰਕਾਰ ਨਾ ਕਰੀ। ਆਜ ਕਾਲ ਤਜ ਜਾਹੋਗੇ ਜਿਉ ਕਾਂਚੁਰੀ ਪੁਯੰਗ। ਇਹ ਇੱਦਾਂ ਛੱਡ ਜਾਣਾ ਇੰਨੇ ਜਿਵੇਂ ਸੱਪ ਕੁੰਜ ਲਾ ਦਿੰਦਾ ਹੈ। ਕਾਂਚੁਰੀ ਕੁੰਜ ਹੁੰਦੀ ਹੈ ਜਿਹੜੀ ਸੱਪ ਦੀ, ਉਹ ਸੱਪ ਤੇ ਸਦਾ ਨਹੀਂ ਰਹਿੰਦੀ। ਭਗਤ ਕਬੀਰ ਜੀ ਕਹਿਣ ਲੱਗੇ, ਕਬੀਰ ਗਰਬ ਨਾ ਕੀਜੀਏ ਉੱਚਾ ਦੇਖ ਆਵਾਸ। ਆਜ ਕਾਲ ਭੋਏ ਲੇਟਣਾ ਉੱਪਰ ਜਾਮੈ ਘਾਸ। ਬਾਬਾ ਕਬੀਰ ਜੀ ਕਹਿੰਦੇ ਹੰਕਾਰ ਨਾ ਕਰੀ, ਉੱਚਾ ਕਰ ਓਏ, ਰੱਬ ਦਾ ਸ਼ੁਕਰ ਕਰੀ। ਉਨੀ ਨਿਮਰਤਾ ਹੈ ਤੇਰੇ ਜੀਵਨ 'ਚ, ਉਨੀ। ਪਰ ਯਾਦ ਰੱਖੀ, ਇੱਕ ਦਿਨ ਧਰਤੀ ਤੇ ਲੇਟੇਗਾ, ਉੱਤੇ ਘਾਹ ਜੰਮ ਜਾਣਾ, ਕਿਸੇ ਨੇ ਬਾਤ ਨਹੀਂ ਪੁੱਛਣੀ। ਉਹ ਜੋ ਦਿਸਣ ਢੇਰੀਆਂ ਉੱਪਰ ਜੰਮੇ ਕੱਖ, ਉੱਥੇ ਗਿਆ ਨਾ ਕੋਈ ਵੌੜਿਆ ਜਾਂਦੇ ਦਿਸੇ ਲੱਖ। ਫਿਰ ਨਹੀਂ ਕਿਸੇ ਨੇ ਸਾਰ ਲੈਣੇ।
सो कबीर गर्भ ना कीजिए रंक ना हसीए कोय, अजहूँ सो नाव समुंदर में क्या जानो क्या होए। कबीर ए तन जाहेगा सको तां लेहो बहोर, नांगे पाँव ते गए जिनके ला करोर। ते भगत जी कहते कबीर ए तन जाहेगा कवने मार्ग लाए, कह संगत कर साध की कह हर के गुण गाए। जोड़ो उस मालिक नाल। धन भूम दिता है वरत लई, घड़ी बधी है लख दी। कोई सज्जन कह रहा सी भाई साहब जी ये घड़ी 1.5 लाख की होनी, मुबारक है। मैं कहना 1.5 लाख की घड़ी मुबारक है जे ਉਹਦੇ ਚੋਂ ਇਹ ਚੇਤੇ आ जाए भी समा जाई जा रहा है, रब की महिमा भी कर ला। वो 1.5 लाख की भी मुबारक है। तो 150 की घड़ी भी माया है जे घड़ी बन के भी उस घड़ी का चेता ना आया। तो 1.5 लाख की भी माया है जे रब की घड़ी ना कोई चेते आई। कोई सेवा की घड़ी जिंदगी च नहीं, बंदगी दा वेला जिंदगी च नहीं। फिर वो भावें 1.5 दी होए भावें 1.5 करोड़ की होए, गल तो उसकी याद की है। तो साहब आखदे ने धन भूम का जो करे गुमान, सो मूर्ख अंधा अज्ञान। ਉਹਦੇ ਲਾਗੋਂ पासे हो जाना चंगा है। ਜਿਹੜਾ ਬਹੁਤੀਆਂ ਇਹ ਗੱਲਾਂ ਕਰੇ ਵੀ ਮੇਰੇ ਕੋਲ ਸੋਨਾ ਹੈ, ਮੇਰੇ ਬੱਚੇ ਬੜੇ ਸਿਆਣੇ ਨੇ, ਸਾਡੀ ਕੁੱਲ, ਉਹਦੇ ਤੋਂ ਫਿਰ ਹੰਕਾਰ ਦੀ ਬਦਬੂ ਆਏ। ਫਿਰ ਕਿੰਨਾ ਕੁ ਸਮਾਂ ਕੋਈ ਖਲੋ ਸਕਦਾ ਬਦਬੂ ਲੱਗੇ, ਜਿੱਥੇ ਰੱਬ ਦੀ ਕੋਈ ਬਾਤ ਨਹੀਂ, ਸ਼ੁਕਰਾਨੇ ਦੀ ਕੋਈ ਬਾਤ ਨਹੀਂ, ਧੰਨਵਾਦ ਦੀ ਕੋਈ ਗੱਲ ਨਹੀਂ। ਤੋ ਸਾਹਿਬ ਕਹਿੰਦੇ ਉਹ ਮੂਰਖ ਹੀ ਹੈ ਜੀਵਨ ਦੇ ਅੰਦਰ। ਤੋ ਸਤਿਗੁਰ ਅੱਗੇ ਆਖਦੇ ਨੇ कर किरपा जिसकै हिरदय गरीबी बसावै। वाहिगुरु किरपा करके जिहदे जीवन च निमरता बख्शिश करदे होए सब कुछ, पर जनाए ना निमरता दा धारनी हो। नानक इहां मुक्त आगै सुख पावै। वो इत्थे भी मुक्त है बंधना तो रहत, अगे भी आगै सुख पावै। अगे भी बड़ा सोहना आत्मक सुख प्राप्त करदा, इत्थे भी ते उत्थे भी। साहब अगे आखदे ने तनवंता होए कर गरबावै, तृण समान कछ संग ना जावै। जे कोई तनवंता हो के तनवान हो के हंकार करे, चाहिदा ते सी रुख नूं जिन्ना फल लगा हुंदा रुख उन्ना झुकदा जांदा है। चाहिदा ते सी उन्नी ज़्यादा निमरता आउंदी, उन्ने ज़्यादा आपां कर्जदार हुंदे मालिक वाहिगुरू काल पुरख दे, उन्ने ज़्यादा चाहिदा ते सी। पर जिथे उन्ना ज़्यादा हंकार आ गया, साहब कहंदे तृण समान कछ संग ना जावे। तृण दा अर्थ है कख। एक कख किन्ना कुछ छोटा हुंदा, ਉਹਦੇ बराबर भी पता सब नूं है, पर फिर भी आपां दूजे कोलों खो रहे हैं। फिर भी पता सब नूं, गल पते होण दी नहीं है, गल ते अनुभव दी वरतण दी है। पता सानू सब नूं है, जग रचना सब झूठ है, जान ले हो रे मीत। फिर लड़ी फिर जा रहे हैं आपां, हंकार फिर करी जा रहे हैं। कंधां दियां घरां दियां लड़ाइयां फिर नहीं मुकदियां, जमीनां दी लड़ाई फिर नहीं साडी मुकदी। पते नूं ज्ञान की करेगा जिहड़ा अनुभव दे च नहीं आया। की करांगे? भोजन नूं की करांगे? डब्बियां च बंद होए बंदा खाए ना उसनूं, तो जिन्ना चिर तक खाधा ना गया लाहा नहीं मिलना। तो सतगुरु कलियां जानकारियां नहीं दे रहे भी सुन लिओ ते दूजियां नूं सुनाओ। गुरुदेव कहंदे माणिओ इहनूं महसूस करिओ जीवन दे अंदर। वो इन्हां बोलों चों जीवन प्रगट होना चाहिए। सतगुरु जीवन की गल करते हैं, कोई जानकारियां दी नहीं। साडी बुद्धि दियां छुरियां नहीं सतगुरु तेज कर रहे भी बस दलीलां दो। सतगुरु अनुभव दिंदे ने। तो साहब कहंदे ने तृण समान कछ संग ना जावे। सारे बंदे कह रहे ने नाल कुछ नहीं जांदा, नाल कुछ नहीं जांदा, ठगियां फिर मार रहे, हंकार फिर कर रहे, पकड़ इतनी ज़्यादा फिर भी है। बहु लश्कर मान खूपर करे आस। लश्कर का अर्थ हुंदा है फौज।
ਕਿਸੇ ਨੂੰ ਬਹੁਤ ਸਾਰੀ ਫੌਜ ਦਾ ਲੋਕ ਮੇਰੇ ਪਿੱਛੇ ਚੱਲਦੇ ਨੇ, ਇਹਦਾ ਮਾਣ ਹੋਏ ਵੀ ਮੇਰੇ ਪਿੱਛੇ ਦੁਨੀਆ ਬਹੁਤ ਚੱਲਦੀ ਹੈ। ਪਰ ਮੇਰੇ ਸਾਹਿਬ ਕਹਿੰਦੇ ਪਲ ਭੀਤਰ ਤਾਕਾ ਹੋਏ ਵਿਨਾਸ਼। ਇੱਕ ਪਲ ਭੀਤਰ ਦੇ ਅੰਦਰ ਆ ਦਾਰਾ ਸ਼ਿਕੋ ਬਾਦਸ਼ਾਹ ਦਾ ਪੁੱਤਰ, ਕਿੰਨੀਆਂ ਫੌਜਾਂ ਸੀ ਨਾਲ। ਆ ਜਦੋਂ ਦਿੱਲੀ ਤੋਂ ਭੱਜਿਆ ਸੀ, ਰਾਹ 'ਚ ਰੋਟੀ ਖਾਣ ਨੂੰ ਵੀ ਨਹੀਂ ਸੀ ਮਿਲੀ ਦਾਰਾ ਸ਼ਿਕੋ। ਹੋਰ ਵੀ ਕਈ ਰਾਜਿਆਂ ਦਾ ਇਤਿਹਾਸ ਸਾਡੇ ਸਾਹਮਣੇ ਹੈ, ਕਿੰਨਿਆਂ ਦਾ। ਸਾਰੀ ਉਮਰ ਆਪਣਾ ਹੁਕਮ ਚਲਾਉਂਦੇ ਰਿਹਾ ਬਹਾਦਰ ਸ਼ਾਹ, ਜਿਹੜਾ ਸਤਿਗੁਰੂ ਨਾਲ ਸਾਂਝ ਵੀ ਬਣਾਉਂਦਾ ਹੈ, ਫਿਰ ਗੁਰੂ ਤੋਂ ਆਕੀ ਵੀ ਹੋ ਜਾਂਦਾ ਹੈ। ਇਹ ਬਹਾਦਰ ਸ਼ਾਹ ਜਦੋਂ ਮਰਿਆ ਸੀ, ਇਹਦੀ ਲਾਸ਼ ਨੂੰ ਮੋਢਾ ਦੇਣ ਵਾਲਾ ਕੋਈ ਨਹੀਂ ਸੀ। 3-4 ਮਹੀਨੇ ਇਹਦੀ ਲਾਸ਼ ਲਾਹੌਰ ਦੀ ਧਰਤੀ ਤੇ ਰੁਲਦੀ ਪਈ ਸੀ, ਮੋਢਾ ਨਹੀਂ ਸੀ ਮਿਲਿਆ। ਲਾਹੌਰ ਤੋਂ ਜਦੋਂ ਇਸ ਨੂੰ ਦਿੱਲੀ ਲਿਆਂਦਾ ਗਿਆ ਸੀ, ਇੱਕ ਇਹਦੀ ਵਿਧਵਾ ਬੇਗਮ ਸੀ, 2-4 ਇਹਦੇ ਨਾਲ ਸੇਵਕ ਸਨ, ਤੇ ਉਹੀ ਬਹਾਦਰ ਸ਼ਾਹ ਸੀ। ਜਦੋਂ ਲਸ਼ਕਰ ਤੁਰਦਾ ਸੀ, ਪਤਾ ਨਹੀਂ ਕਿੱਡਾ ਕੁ ਲੰਬਾ ਹੁੰਦਾ ਸੀ, ਤੇ ਉਹੀ ਬਹਾਦਰ ਸ਼ਾਹ। ਤਾਬੂਤ ਨੂੰ ਮੋਢਾ ਦੇਣ ਵਾਲਾ ਵੀ ਕੋਈ ਨਹੀਂ। ਇਹ ਵਰਤਦਾ ਹੈ ਸੰਸਾਰ ਦੇ ਅੰਦਰ ਬੰਦਾ ਇਹਨੂੰ, ਕਿਉਂਕਿ ਸਾਡੇ ਸਾਹਮਣੇ ਇਤਿਹਾਸ ਹੈ। ਜਿਹੜਾ ਜਹਾਂਗੀਰ ਕਹਿੰਦਾ ਸੀ ਦੁਨੀਆ ਮੇਰੀ ਮੁੱਠੀ 'ਚ, ਅਖੀਰ 'ਚ ਕਿੱਦਾਂ ਗਿਆ। ਔਰੰਗਜ਼ੇਬ ਕਹਿੰਦਾ ਸੀ ਤਖਤ ਮੇਰਾ ਸ਼ਿੰਗਾਰ ਹੈ, ਕੀ ਹਾਲ ਹੈ ਅਖੀਰ ਦੇ ਅੰਦਰ। ਤੋ ਸਾਹਿਬ ਆਖਦੇ ਨੇ ਬਹੁ ਲਸ਼ਕਰ ਮਾਨ ਖੂਪਰ ਕਰੇ ਆਸ, ਪਲ ਭੀਤਰ ਤਾਕਾ ਹੋਏ ਵਿਨਾਸ਼। ਪਲ ਭੀਤਰ 'ਚ ਗੁਰਦੇਵ ਕਹਿੰਦੇ ਵਿਨਾਸ਼ ਹੋ ਜਾਂਦਾ ਹੈ। ਮਾਲਕ ਦੇਣ ਜਾਣਦਾ ਹੈ, ਖੋਣ ਵੀ ਜਾਣਦਾ ਹੈ। ਸਭ ਤੇ ਆਪ ਜਾਣੈ ਬਲਵੰਤ। ਜਿਹੜਾ ਸਾਰਿਆਂ ਤੋਂ ਆਪਣੇ ਆਪ ਨੂੰ ਬਲਵੰਤ ਜਾਣਦਾ ਵੀ ਮੈਂ ਬਲ ਵਾਲਾ, ਮੇਰੇ ਕੋਲ ਤਾਕਤ ਬਲ ਬਹੁਤ ਜ਼ਿਆਦਾ ਹੈ। ਖਿਨ ਮੈਂ ਹੋਏ ਜਾਏ ਪਸਮੰਤ। ਇੱਕ ਖਿਨ ਦੇ ਵਿੱਚ ਸਤਿਗੁਰ ਕਹਿੰਦੇ ਉਹ ਭਸਮ ਹੋ ਜਾਂਦਾ ਹੈ, ਉਹਦਾ ਬਲ ਛੀਣ ਹੋ ਜਾਂਦਾ ਹੈ। ਇਸ ਵਾਸਤੇ ਨਾ ਕੋਈ ਕਿ ਮੇਰੇ ਕੋਲ ਬਲ ਜ਼ਿਆਦਾ ਹੈ, ਉਹ ਧਨ ਦਾ ਹੋਵੇ, ਉਹ ਤਨ ਦਾ ਹੋਵੇ, ਉਹ ਕੋਈ ਵੀ ਹੋਵੇ। ਕਿਸੇ ਨਾ ਵਧੈ ਆਪ ਅਹੰਕਾਰੀ, ਕਿਸੇ ਨਾ ਵਧੈ ਦਾ ਅਰਥ ਹੈ ਕਿਸੇ ਨੂੰ ਗਿਣਤੀ 'ਚ ਨਹੀਂ ਲਿਆਉਂਦਾ, ਹੋਰ ਕਿਸੇ ਨੂੰ ਗਿਣਦਾ ਨਹੀਂ ਕੋਈ ਮੇਰੇ ਬਰਾਬਰ ਹੈ। ਕਿਸੇ ਨਾ ਵਧੈ, ਹੋਰਾਂ ਨੂੰ ਗਿਣਦਾ ਨਹੀਂ। ਆਪ ਅਹੰਕਾਰੀ, ਆਪਣੇ ਆਪ ਨੂੰ ਗਿਣਦਾ ਵੀ ਮੈਂ ਹੀ ਮੈਂ। ਬਹੁਤ ਵਾਰ ਹੁੰਦਾ ਹੈ ਬੰਦਾ ਆਪਣੇ ਆਪ ਨੂੰ ਹੀ ਗਿਣਦਾ ਵੀ ਮੈਂ ਹੀ ਹਾਂ ਸਿਆਣਾ, ਮੈਂ ਹੀ ਹਾਂ ਵੱਡਾ। ਤੋ ਸਤਿਗੁਰ ਕਹਿਣ ਲੱਗੇ ਧਰਮ ਰਾਏ ਤਿਸ ਖਰੇ ਕਰੇ ਖੁਆਰੀ। ਧਰਮ ਰਾਹ ਜੋ ਦੀ ਖੁਆਰੀ ਕਰਦਾ, ਉਹ ਖੁਆਰ ਹੁੰਦਾ ਹੈ ਰੱਬੀ ਹੁਕਮ ਦੇ ਅੰਦਰ। ਉਹਨੂੰ ਖੁਆਰ ਹੋਣਾ ਪਿਆ, ਬੜਾ ਉਹਦੇ ਜੀਵਨ 'ਚ ਦੋਸ਼ ਮੜਿਆ ਜਾਂਦਾ ਇਸ ਗੱਲ ਦਾ। ਗੁਰ ਪ੍ਰਸਾਦ ਜਾ ਕਾ ਮਿਟੈ ਅਭਿਮਾਨ। ਹਾਂ, ਗੁਰੂ ਕਿਰਪਾ ਨਾਲ ਕਿਸੇ ਦਾ ਹੰਕਾਰ ਮਿਟ ਜਾਏ ਹੈ ਬਹੁਤ ਔਖਾ, ਕਿਉਂਕਿ ਇਹ ਬਰੀਕ ਹੁੰਦਾ ਜਾਂਦਾ ਹੈ। ਕਈ ਵਾਰ ਸਾਡੇ 'ਚ ਹੰਕਾਰ ਹੁੰਦਾ ਹੈ ਜੀ ਮੈਂ ਗਿਆਨੀ ਨਹੀਂ, ਨਹੀਂ ਜੀ ਮੈਨੂੰ ਕੁਝ ਨਹੀਂ ਆਉਂਦਾ, ਪਰ ਉਹ ਵੀ ਸੂਖਸ਼ਮ ਹੰਕਾਰ ਹੁੰਦਾ ਹੈ ਬਹੁਤ ਵਾਰ। ਉਹ ਬੜਾ ਬਰੀਕ, ਤਾਂ ਹੀ ਇਹਨੂੰ ਕੱਢਣਾ ਜੀਵਨ 'ਚੋਂ ਬਹੁਤ ਔਖਾ ਹੈ। ਇੱਕ ਪਾਸਿਓਂ ਕੱਢੋ ਸੇਵਾ ਕਰਕੇ, ਦੂਜੇ ਪਾਸੇ ਆ ਜਾਂਦਾ ਹੈ, ਮਨ 'ਚ ਆ ਜਾਂਦਾ ਵੀ ਮੈਂ ਕਰ ਰਿਹਾ। ਜੇ ਬੰਦਾ ਕਹੇ ਮੈਂ ਦਾਸ ਹਾਂ, ਇਹ ਵੀ ਇੱਕ ਹੰਕਾਰ ਦਾ ਪ੍ਰਤੀਕ ਹੈ। ਦਾਸ ਹੈ ਕਹਿਣ ਦੀ ਲੋੜ ਨਹੀਂ ਹੈ। ਮਸ਼ਕੀਨ ਜੀ ਕਿਹਾ ਕਰਦੇ ਸੀ, ਕੋਈ ਸੱਜਣ ਮੈਨੂੰ ਮਿਲਦਾ ਸੀ, ਸ਼ਾਇਦ ਨੰਦੇੜ ਸਾਹਿਬ ਦੀ ਗੱਲ ਕਰਦੇ ਹੁੰਦੇ ਸੀ। ਉਹ ਜਦੋਂ ਮਿਲਣਾ ਉਹਨੇ ਕਹਿਣਾ ਭਾਈ ਸਾਹਿਬ ਜੀ ਮੈਨੂੰ ਕੁਝ ਨਹੀਂ ਪਤਾ, ਮੈਂ ਤੇ ਬੜਾ ਅਣਜਾਣ ਹਾਂ, ਮੈਂ ਤੇ ਬੜਾ ਬੇਸਮਝ ਹਾਂ। ਤੋ ਮਸ਼ਕੀਨ ਜੀ ਕਹਿੰਦੇ ਇੱਕ ਦਿਨ ਮੈਂ ਕਹਿ ਤਾ ਤੂੰ ਹੈ ਹੀ ਬੇਸਮਝ ਹੈ, ਤੈਨੂੰ ਪਤਾ ਵੀ ਕੀ ਹੈ, ਤੇਰੇ ਕੋਲ ਹੈ ਵੀ ਕੀ ਹੈ। ਕਹਿਣ ਲੱਗੇ ਮੇਰੇ ਕਹਿਣ ਦੀ ਦੇਰ ਸੀ, ਇੱਕ ਦਿਨ ਇੱਕਦਮ ਹੀ ਉਹ ਤਿਲ ਮਿਲਾ ਗਿਆ, ਇੱਕਦਮ ਮੱਥੇ ਤੇ ਵੱਟ ਪੈ ਗਿਆ। ਕਿਉਂਕਿ ਮੈਂ ਦਾਸ ਹਾਂ, ਮੈਂ ਦਾਸ ਹਾਂ, ਇਹ ਵੀ ਬੰਦਾ ਉਦੋਂ ਹੀ ਕਹਿੰਦਾ ਜਦੋਂ ਅੰਦਰੋਂ ਕੁਝ ਹੰਕਾਰ ਦਾ ਪ੍ਰਗਟਾਵਾ ਕਰਨਾ ਹੁੰਦਾ, ਨਹੀਂ ਤੇ ਕਹਿਣ ਦੀ ਲੋੜ ਨਹੀਂ।
ਤੋ ਜਿੱਥੇ ਗੁਰਦੇਵ ਕਹਿੰਦੇ ਮਾਲਕ ਦੀ ਕਿਰਪਾ ਬਖਸ਼ਿਸ਼ ਰਹਿਮਤ ਵਰਦੀ ਹੈ, ਗੁਰ ਪ੍ਰਸਾਦ ਜਾ ਕਾ ਮਿਟਿਆ ਅਭਿਮਾਨ ਨਹੀਂ ਮਿਟਦਾ ਏ। ਇਹ ਰੂਪ ਬਦਲ ਲੈਂਦਾ ਹੈ। ਹੰਕਾਰ ਬਰੀਕ ਹੁੰਦਾ ਹੁੰਦਾ ਹਉਮੈ ਦਾ ਰੂਪ ਧਾਰਨ ਕਰ ਲੈਂਦਾ ਹੈ, ਬਹੁਤ ਬਰੀਕ। ਰਿੱਧਾਂ ਸਿੱਧਾਂ ਵੀ ਇੱਕ ਸੂਖਸ਼ਮ ਹਉਮੈ ਹੀ ਹੈ, ਜਿਹਨੂੰ ਸਾਹਿਬ ਨੇ ਕਿਹਾ ਰਿੱਧ ਸਿੱਧ ਅਵਰਾਂ ਸਾਧ। ਇਹ ਵੀ ਇੱਕ ਸੂਖਸ਼ਮ ਹਉਮੈ ਹੈ। ਤੋ ਸਾਹਿਬ ਕਹਿੰਦੇ ਸੋ ਜਨ ਨਾਨਕ ਦਰਗਾਹ ਪ੍ਰਵਾਨ, ਉਹੀ ਪ੍ਰਵਾਨ ਹੈ ਜਿਹੜਾ ਮਿਟ ਗਿਆ, ਜਿਹਦੇ ਅੰਦਰੋਂ ਗੁਰੂ ਕਿਰਪਾ ਨਾਲ ਗੁਰੂ ਗਿਆਨ ਵਰਤਦਾ ਹੈ। ਜਿੱਥੇ ਜਿੱਥੇ ਸਾਡਾ ਹੰਕਾਰ ਖਲੋਤਾ ਹੈ, ਗੁਰੂ ਉੱਥੇ ਚੋਟ ਪਹੁੰਚਾਉਂਦਾ ਹੈ। ਧਨ ਤੇ ਹੰਕਾਰ ਖਲੋਤਾ ਹੈ, ਸਤਿਗੁਰੂ ਉੱਥੇ ਚੋਟ ਪਹੁੰਚਾਏਗਾ, ਤੇਰਾ ਨਹੀਂ। ਸਰੀਰ ਤੇ ਹੰਕਾਰ ਖਲੋਤਾ ਹੈ, ਉਹਦਾ ਗਿਆਨ ਗੁਰੂ ਦਿੰਦਾ ਹੈ। ਗਿਆਨ ਤੇ ਹੰਕਾਰ ਖਲੋਤਾ ਹੈ, ਉਹਦਾ ਗਿਆਨ ਗੁਰੂ ਦਿੰਦਾ ਹੈ। ਤੋ ਜਿੱਥੇ ਗੁਰੂ ਕਿਰਪਾ ਵਰਤ ਗਈ, ਸਾਹਿਬ ਜੀ ਕਹਿੰਦੇ ਉਹ ਮਾਲਕ ਦੀ ਦਰਗਾਹ 'ਚ ਪ੍ਰਵਾਨ ਹੁੰਦਾ ਹੈ। ਕੋਟ ਕਰਮ ਕਰੈ ਹੋਂ ਧਾਰੇ, ਸ਼ਰਮ ਪਾਵੈ ਸਗਲੇ ਬਿਰਥਾਰੇ। ਜੇ ਕੋਈ ਕਰੋੜਾਂ ਕਰਮ ਕਰਦਾ ਹੈ, ਹੋਂ ਧਾਰੇ, ਮੈਂ ਕਰ ਰਿਹਾ ਬੰਦਾ, ਕਰੋੜਾਂ ਕਰਮ ਕਰਦਾ ਹੈ, ਉਹ ਚੰਗੇ ਕਰਮ ਵੀ ਹੋਣ ਮਾੜੇ ਨਹੀਂ, ਪਰ ਇਹ ਹੈ ਵੀ ਮੈਂ ਕਰਦਾ ਹਾਂ। ਸ਼ਰਮ ਪਾਵੈ ਸਗਲੇ ਬਿਰਥਾਰੇ, ਕਿੰਨੀ ਮਿਹਨਤ ਕੀਤੀ, ਸਾਰੇ ਜਾਈ ਚਲੇ ਗਏ, ਬਹੁਤ ਮਿਹਨਤ ਕੀਤੀ, ਪਰ ਉਹਦੇ ਨਾਲ ਜੀਵਨ ਸਵਾਰਿਆ ਨਹੀਂ ਗਿਆ। ਸਾਹਿਬ ਆਖਦੇ ਨੇ ਅਨਕ ਤਪੱਸਿਆ ਕਰੇ ਅਹੰਕਾਰ। ਕਿਸੇ ਨੇ ਤਪੱਸਿਆ ਦਾ ਹੰਕਾਰ ਕੀਤਾ, ਮੈਂ ਬੜਾ ਤਪੀਸਰ ਹਾਂ। ਫਿਰ ਉਹ ਕਿਉਂਕਿ ਜਿਹਨੂੰ ਧਨ ਕਰਕੇ ਤਵੱਜੋ ਨਹੀਂ ਮਿਲੀ, ਧਰਤੀ ਕਰਕੇ ਤਵੱਜੋ ਨਹੀਂ ਮਿਲੀ, ਫਿਰ ਬੰਦਾ ਇਹਨਾਂ ਨੂੰ ਛੱਡ ਕੇ ਤਵੱਜੋ ਚਾਹੁੰਦਾ ਹੈ ਵੀ ਸ਼ਾਇਦ ਮੈਂ ਤਿਆਗੀ ਬਣ ਜਾਊਂਗਾ। ਕੋਈ ਸੱਜਣ ਸੀ, ਸਭਾ ਲੱਗੀ ਹੋਈ, ਉੱਠ ਕੇ ਕਹਿਣ ਲੱਗਾ, ਸਾਧ ਸੰਗਤ ਜੀ ਮੈਂ ਕਰੋੜਾਂ ਨੂੰ ਲੱਤ ਮਾਰ ਕੇ ਸੰਨਿਆਸੀ ਸੀ, ਕੋਈ ਘਰ-ਬਾਰ ਛੱਡਿਆ ਸੀ। ਉਹ ਕਹਿੰਦਾ ਮੈਂ ਕਰੋੜ ਨੂੰ ਲੱਤ ਮਾਰ ਕੇ ਸੰਨਿਆਸੀ ਬਣਿਆ, ਮੇਰਾ ਘਰ ਸੀ ਕਰੋੜ ਦਾ, ਜ਼ਮੀਨ ਸੀ, ਕਰੋੜ ਨੂੰ ਲੱਤ ਮਾਰੀ ਹੈ ਫਿਰ ਸੰਨਿਆਸੀ ਬਣਿਆ। ਤੁਹਾਡੇ ਵਰਗਾ ਕੋਈ ਸੀ ਸੂਝਵਾਨ। ਉੱਠ ਕੇ ਕਹਿਣ ਲੱਗਾ, ਬਾਬਾ ਜੀ ਲੱਤ ਚੰਗੀ ਤਰ੍ਹਾਂ ਵੱਜੀ ਨਹੀਂ, ਉਹ ਤੇ ਲੱਤ ਨੂੰ ਹੀ ਚਿਮੜ ਗਏ। ਜੇ ਛੱਡਿਆ ਫਿਰ ਬਾਰ-ਬਾਰ ਕਿਉਂ ਯਾਦ ਕਰ ਰਹੇ ਹੋ? ਤਿਆਗਿਆ ਨਹੀਂ ਹੈ, ਬਾਹਰੀ ਤੌਰ ਤੇ ਤਿਆਗ ਦਿੱਤਾ ਹੋਏਗਾ। ਤਿਆਗ ਦਾ ਮਾਣ ਬੰਦਾ ਅੰਦਰੋਂ ਸਾਂਭ ਕੇ ਬਹਿ ਜਾਂਦਾ, ਉਹ ਜ਼ਿਆਦਾ ਖਤਰਨਾਕ ਹੁੰਦਾ, ਉਹ ਜ਼ਿਆਦਾ ਦੁਖਦਾਈ ਹੈ। ਤੋ ਕਈਆਂ ਨੇ ਮਾਣ ਚਾਹਿਆ ਵੀ ਚਲੋ ਸੰਸਾਰ ਛੱਡ ਕੇ ਮੈਂ ਤਪ ਤਪਾਊਂਗਾ ਤੇ ਲੋਕ ਕਹਿਣਗੇ ਬੜਾ ਤਪੀਸਰ ਹੈ। ਉੱਥੇ ਵੀ ਬੰਦਾ ਕਈ ਵਾਰ ਤਵੱਜੋ ਲੱਭਦਾ। ਅਨਕ ਕਈ ਪ੍ਰਕਾਰ ਦੀ ਸਾਹਿਬ ਕਹਿਣ ਲੱਗੇ। ਤਪੱਸਿਆ ਕਰੇ ਅਹੰਕਾਰ, ਨਰਕ ਸੁਰਗ ਫਿਰ ਅਵਤਾਰ, ਉਹਦੇ ਨਾਲ ਬਚਦਾ ਨਹੀਂ ਹੈ। ਨਰਕ ਸਵਰਗ ਇਹ ਮੰਜ਼ਿਲ ਨਹੀਂ ਹੈ। ਤੋ ਸਾਹਿਬ ਕਹਿੰਦੇ ਚੰਗੇ ਮਾੜੇ ਥਾਂ ਤੇ ਜਾਂਦਾ ਹੈ ਬਾਰ-ਬਾਰ। ਅਵਤਾਰ ਦਾ ਅਰਥ ਹੈ ਅਵਤਰਨ ਹੁੰਦਾ ਹੈ, ਜਨਮ ਮਰਨ ਹੁੰਦਾ ਹੈ, ਭਟਕਣਾ ਹੈ। ਅਨਕ ਯਤਨ ਕਰ ਆਤਮ ਨਹੀਂ ਦਰਵੈ। ਬਹੁਤ ਯਤਨ ਕੀਤੇ, ਦਰਵੈ ਦਾ ਅਰਥ ਹੈ ਲਿਕਵਿਡ, ਜਿਹਨੂੰ ਆਪਾਂ ਕਹਿ ਲਈਏ ਢਲ ਜਾਣਾ, ਇਹਦਾ ਅਰਥ ਹੈ ਢਲ ਜਾਣਾ। ਕਿੰਨੇ ਬੰਦਾ ਯਤਨ ਕਰੇ ਪਰ ਮਨ ਨਾ ਢਲੇ, ਅਜੇ ਹੈ ਅੰਦਰੋਂ ਹੰਕਾਰ, ਅੰਦਰੋਂ ਨਹੀਂ ਦਰਵਿਆ, ਅੰਦਰੋਂ ਬੜਾ ਕੁਝ ਬਚਾ ਕੇ ਬੰਦਾ ਰੱਖਦਾ। ਤੋ ਸਾਹਿਬ ਆਖਦੇ ਨੇ ਅਨਕ ਯਤਨ ਕਰ ਆਤਮ ਨਹੀਂ ਦਰਵੈ। ਇਸ ਤਰ੍ਹਾਂ ਦੇ ਅਨੇਕਾਂ ਹੀ ਤਪ ਸਾਧਨ ਨਾਲ, ਕਰੋੜਾਂ ਕਰਮ ਕਰਨ ਦੇ ਨਾਲ ਅੰਦਰ ਨਹੀਂ ਦਰਵਦਾ, ਢਲਦਾ ਨਹੀਂ, ਉਹਦੇ 'ਚ ਲੀਨ ਨਹੀਂ ਹੁੰਦਾ। ਹਰ ਦਰਗਾਹ ਕਉ ਕੈਸੇ ਗਵੈ। ਦੱਸੋ ਉਹਨੂੰ ਪ੍ਰਵਾਨਗੀ ਕਿਵੇਂ ਮਿਲੇ? ਦੋ ਥੋੜ੍ਹਾ, ਉੱਥੇ ਤੇ ਇੱਕੋ ਹੀ ਰਹਿਣਾ ਹੈ। ਉੱਥੇ ਦੋ ਦਾ ਜੋੜ ਨਹੀਂ ਹੈ, ਮਾਲਕ ਇੱਕੋ ਹੀ ਹੈ। ਜਬ ਹਮ ਹੋਤੇ ਤਬ ਤੂੰ ਨਾਹੀਂ, ਅਬ ਤੂੰ ਹੀ ਮੈਂ ਨਾਹੀਂ, ਇੱਕੋ ਹੀ ਰਹਿਣਾ ਹੈ। ਜਿੰਨਾ ਚਿਰ ਤੱਕ ਉਹ ਸੀ ਮੈਂ ਸੀ, ਬੜਾ ਵਖਰੇਵਾਂ ਸੀ। ਹੁਣ ਦੋ ਨਹੀਂ ਰਹੇ, ਮੈਂ ਨਹੀਂ ਰਿਹਾ, ਹੁਣ ਉਹੀ ਹੋ ਰਹਿ ਗਿਆ। ਉੱਥੇ ਵਸੇਬਾ ਹੈ ਨਿਰੰਤਰ। ਤੋ ਸਾਹਿਬ ਕਹਿੰਦੇ ਦੱਸੋ ਫਿਰ ਜਿੰਨਾ ਚਿਰ ਤੱਕ ਦਰਵਿਆ ਨਹੀਂ, ਉਹਦੀ
ਹਰ ਦਰਗਾਹ ਕੋ ਕੈਸੇ ਗਵੈ, ਕਿਵੇਂ ਪ੍ਰਾਪਤੀ ਹੋਏ। ਆਪਸ ਕੋ ਜੋ ਭਲਾ ਕਹਾਵੈ, ਆ ਸਾਡੀ ਆਦਤ ਹੈ। ਵੇਖੋ, ਭਲੇ ਹੋਣਾ ਮਾੜਾ ਨਹੀਂ ਹੈ। ਅਸੀਂ ਭਲੇ ਹੁੰਦੇ ਨਹੀਂ, ਭਲੇ ਅਖਵਾਉਂਦੇ ਹਾਂ। ਮੇਰੇ ਵਰਗਾ ਗਿਆਨੀ ਹੁੰਦਾ ਨਹੀਂ, ਪਰ ਗਿਆਨੀ ਅਖਵਾਉਂਦਾ ਹੈ, ਹੁੰਦਾ ਨਹੀਂ ਹੈ। ਅਸੀਂ ਭਲੇ ਹੁੰਦੇ ਨਹੀਂ, ਅਸੀਂ ਚਾਹੁੰਦੇ ਹਾਂ ਵੀ ਲੋਕ ਸਾਨੂੰ ਭਲਾ ਕਹਿਣ, ਰਿਸ਼ਤੇਦਾਰ ਭਲਾ ਕਹਿਣ। ਤੋ ਗੁਰਦੇਵ ਕਹਿੰਦੇ ਜਿਹੜਾ ਆਪ ਭਲਾ ਖਵਾ ਰਿਹਾ ਆਪਣੇ ਆਪ, ਆਪਸ ਕੋ ਜੋ ਭਲਾ ਕਹਾਵੈ, ਫਿਰ ਕੀ ਹੁੰਦਾ? ਤਿਸੈ ਭਲਾਈ ਨਿਕਟ ਨਾ ਆਵੈ। ਜਿਹੜਾ ਬਾਰ-ਬਾਰ ਕਹਿ ਰਿਹਾ ਮੈਂ ਭਲਾ ਹਾਂ, ਮੈਂ ਚੰਗਾ, ਸਮਝ ਲਓ ਉਹਦੇ ਕੋਲ ਭਲਾਈ ਹੈ ਨਹੀਂ। ਜਿਹਨੂੰ ਬਾਰ-ਬਾਰ ਦੱਸਣ ਦੀ ਲੋੜ ਪੈ ਰਹੀ ਹੈ। ਫੁੱਲ ਨੂੰ ਵਾਰ-ਵਾਰ ਦੱਸਣ ਦੀ ਲੋੜ ਥੋੜ੍ਹਾ ਹੈ। ਜਿਹੜਾ ਦੱਸ ਰਿਹਾ ਸਮਝ ਲਓ ਫਿਰ ਉਹ ਫੁੱਲ ਨਹੀਂ ਹੈ, ਉਹ ਨਕਲ ਹੋਏਗੀ। ਸੂਰਜ ਨੂੰ ਬਾਰ-ਬਾਰ ਦੱਸਣ ਦੀ ਲੋੜ ਨਹੀਂ ਹੈ ਮੈਂ ਚਮਕਦਾ ਹਾਂ, ਉਹਦੇ ਨਾਲ ਐਗਜੈਕਟਿਵ ਲਾਉਣ ਦੀ ਲੋੜ ਨਹੀਂ ਹੈ। ਸੂਰਜ ਚਮਕਦਾ, ਸੂਰਜ ਤੇ ਚਮਕੇਗਾ ਹੀ। ਜਿਹੜਾ ਅਸਲ ਭਲਾ ਹੋਏ ਉਹਨੂੰ ਕਹਿਣ ਦੀ ਲੋੜ ਨਹੀਂ। ਜਿਹੜਾ ਕਹਿ ਰਿਹਾ ਸਾਹਿਬ ਕਹਿੰਦੇ ਫਿਰ ਭਲਾ ਨਹੀਂ ਹੈ। ਤਿਸੈ ਭਲਾਈ ਨਿਕਟ ਨਾ ਆਵੈ, ਸਰਬ ਕੀ ਰੇਨ ਜਾ ਕਾ ਮਨ ਹੋਏ। ਰੇਨ ਧੂੜੀ, ਸਾਰਿਆਂ ਦੇ ਚਰਨਾਂ ਦੀ ਧੂੜ, ਭਾਵ ਨਿਮਰਤਾ, ਆਪਣੀ ਹੋਂਦ ਦਾ ਤਿਆਗ ਕਰ ਦੇਣਾ। ਕਹੋ ਨਾਨਕ ਤਾ ਕੀ ਨਿਰਮਲ ਸੋਏ। ਸੋਏ ਦਾ ਅਰਥ ਹੈ ਵਡਿਆਈ, ਖਬਰ, ਸੋਭਤ। ਗੁਰਦੇਵ ਕਹਿੰਦੇ ਉਹਦੀ ਸੋਭਤ ਬੜੀ ਨਿਰਮਲ ਹੈ। ਜਿਹਦੇ ਕਰਮਾਂ 'ਚ, ਮਨ 'ਚ ਹਉਮੈ ਹੰਕਾਰ ਨਹੀਂ ਨਾ ਰਹਿ ਗਿਆ, ਉਹਦੇ ਲਾਗੋਂ ਬੜੀ ਖੁਸ਼ਬੂ ਆਏਗੀ। ਉਹਦੇ ਲਾਗੇ ਬਹਿਣ ਨੂੰ ਜੀ ਕਰਦਾ। ਕਿਉਂ ਸਤਿਪੁਰਸ਼ਾਂ ਦੇ ਲਾਗੇ ਬਹਿਣ ਨੂੰ ਜੀ ਕਰਦਾ? ਕਿਉਂ ਸਾਡਾ ਭਗਤ ਕਬੀਰ ਜੀ ਦੇ ਲਾਗੇ ਬਹਿਣ ਨੂੰ ਜੀ ਕਰਦਾ? ਗੁਰੂ ਨਾਨਕ ਦੇ ਲਾਗੇ ਬਹਿਣ ਨੂੰ ਜੀ ਕਰਦਾ? ਕਿਉਂਕਿ ਇਹ ਅਭੇਦਤਾ ਵਾਲਾ ਜੀਵਨ ਹੈ। ਤੇ ਜਿੱਥੇ ਮੈਂ ਮੇਰੀ ਦੀ ਗੱਲ ਹੋਏ ਨਾ, ਬੰਦਾ ਇੱਕ ਵਾਰ ਸੁਣੇਗਾ, ਦੋ ਵਾਰ ਸੁਣੇਗਾ, ਫਿਰ ਪਾਸੇ ਹੁੰਦਾ। ਉਹਦੇ ਲਾਗੇ ਖਲੋਣਾ ਵੀ ਔਖਾ ਹੈ, ਉਹਨੂੰ ਸੁਣਨਾ ਵੀ ਔਖਾ ਹੈ। ਤੋ ਜਿਹਦਾ ਜੀਵਨ ਸਾਹਿਬ ਕਹਿਣ ਲੱਗੇ, ਕਹੋ ਨਾਨਕ ਤਾਕੀ ਨਿਰਮਲ ਸੋਏ। ਨਿਮਰਤਾ ਚਾਹੁੰਦਾ, ਉਹਦੇ ਜੀਵਨ ਦੀ ਸੋਏ ਖੁਸ਼ਬੂ ਬਹੁਤ ਪਿਆਰੀ ਸੋਹਣੀ ਹੈ। ਜਬ ਲਗ ਜਾਣੈ ਮੁਝ ਤੇ ਕਛ ਹੋਏ। ਵੇਖੋ, ਜਿੰਨਾ ਚਿਰ ਤੱਕ ਬੰਦਾ ਕਹਿੰਦਾ ਮੇਰੇ ਕੋਲੋਂ ਆ ਹੁੰਦਾ, ਮੈਂ ਆਹ ਕਰ ਦੇਣਾ, ਤਬ ਇਸ ਕੋ ਸੁਖ ਨਾ ਹੀ ਕੋਈ। ਜਿੰਨਾ ਚਿਰ ਤੱਕ ਅਸੀਂ ਕਹਿੰਦੇ ਹਾਂ ਮੈਂ ਕਰਨਾ ਹੈ, ਮੈਂ ਕਰਦਾ, ਸੁੱਖ ਨਹੀਂ। ਜਦੋਂ ਕਹਿੰਦੇ ਵਾਹਿਗੁਰੂ ਤੂੰ ਕਰਨ ਵਾਲਾ ਹੈ, ਤੂੰ ਕਰਾਉਣ ਵਾਲਾ ਹੈ, ਬੜਾ ਸੁੱਖ ਵਰਤ ਜਾਂਦਾ, ਬਹੁਤ ਸੁੱਖ ਹੈ। ਵਾਹਿਗੁਰੂ ਤੂੰ ਕਰਾਇਆ, ਵਾਹਿਗੁਰੂ ਤੂੰ ਕਰਾਉਣਾ, ਕੀਤਾ ਲੋੜੀਏ ਕੰਮ ਸੋ ਹਰ ਪਿਆ ਕੇ। ਤਾਂ ਹੀ ਮਰਿਆਦਾ ਬਖਸ਼ੀ ਹੈ ਸਤਿਗੁਰ ਨੇ। ਕੋਈ ਵੀ ਕੰਮ ਹੋਏ ਉਹਦੇ 'ਚ ਰੱਬ ਪਰਮਾਤਮਾ ਗੁਰੂ ਨੂੰ ਰੱਖ ਲਈ, ਤੈਨੂੰ ਸੌਖਾ ਹੋ ਜਾਏਗਾ, ਪ੍ਰਾਪਤੀ ਸਫਲਤਾ ਦੀ ਹੋ ਜਾਏਗੀ। ਤੇ ਜਦੋਂ ਉਹਨੂੰ ਨਹੀਂ ਰੱਖਿਆ, ਬੰਦਾ ਕਹਿੰਦਾ ਮੈਂ ਕੀਤਾ, ਉਹ ਸੁੱਖ ਨਹੀਂ ਵਰਦਾ, ਕਲਪਦਾ ਹੈ ਬੰਦਾ। ਫਿਰ ਘਰ ਦੇ ਜੀਆਂ ਨਾਲ ਵੀ ਕਲਪਦਾ, ਸਾਰੇ ਥਾਵਾਂ 'ਤੇ ਉਹ ਖਿੱਚ ਖਿੱਚ ਕੇ ਪੈਂਦਾ, ਆਪ ਕਰਤਾ ਬਣਿਆ ਹੋਇਆ ਹੈ। ਤੋ ਜਬ ਲਗ ਜਾਣੈ ਮੁਝ ਤੇ ਕਛ ਹੋਏ, ਤਬ ਇਸ ਕੋ ਸੁਖ ਨਾ ਹੀ ਕੋਏ। ਜਬ ਇਹ ਜਾਣੈ ਮੈਂ ਕਿਛ ਕਰਤਾ, ਜਿੰਨਾ ਚਿਰ ਤੱਕ ਇਹ ਭੁਲੇਖਾ ਹੈ ਮੈਂ ਕੁਝ ਕਰਦਾ, ਤਬ ਲਗ ਗਰਭ ਜੋਨ ਮੈਂ ਫਿਰਤਾ। ਸਤਿਗੁਰ ਕਹਿੰਦੇ ਉਹਨਾਂ ਚਿਰ ਤੱਕ ਹੰਕਾਰ ਦੀ ਜੋਨ ਵਿੱਚ ਫਿਰਦਾ ਹੈ, ਹੰਕਾਰ ਕਰਕੇ। ਜਬ ਧਾਰੈ ਕੂ ਬੈਰੀ ਮੀਤ, ਜਿੰਨਾ ਚਿਰ ਤੱਕ ਇਹ ਧਾਰਨ ਕਰਦਾ ਵੀ ਆਹ ਵੈਰੀ ਹੈ, ਆਹ ਮਿੱਤਰ ਹੈ। ਜਿਹਦੇ ਕੋਲੋਂ ਕੁਝ ਮਿਲਦਾ ਹੈ, ਸਵਾਰਥ ਪੂਰਾ ਹੁੰਦਾ ਹੈ, ਉਹ ਮਿੱਤਰ ਬਣ ਗਿਆ। ਜਿਹਦੇ ਕੋਲ ਸਵਾਰਥ ਪੂਰਾ ਨਾ ਹੋਏ, ਉਹਨੂੰ ਵੈਰੀ ਸਮਝਦਾ ਹੈ। ਜਿੰਨਾ ਚਿਰ ਤੱਕ ਸਾਡਾ ਨਜ਼ਰੀਆ ਇੱਕ ਨਹੀਂ ਹੁੰਦਾ, ਕਹਿ ਲਈਏ, ਜਿੰਨਾ ਚਿਰ ਤੱਕ ਸਭ ਨੂੰ, ਹੁਣ ਸਤਿਗੁਰ ਤੇ ਸਭ ਨੂੰ ਵੇਖਦੇ ਨੇ। ਸਤਿਗੁਰ ਦੇ ਸ਼ੀਸ਼ ਤੇ ਜਿਹੜਾ ਚੌਰ ਝੁਲਾ ਰਿਹਾ ਹੈ ਗੁਰੂ ਅਰਜੁਨ ਦੇਵ ਜੀ, ਉਹਨੂੰ ਵੀ ਉੱਦਾਂ ਹੀ ਵੇਖਦੇ ਨੇ। ਤੇ ਗੁਰਦਿੱਤਾ ਪੜ ਭੁੰਜਾ ਇਤਿਹਾਸ ਵਿੱਚੋਂ ਪਾਤਰ ਹੈ, ਜਿਹੜਾ ਗੁਰੂ ਅਰਜੁਨ ਦੇਵ ਸਾਹਿਬ ਦੇ ਸ਼ੀਸ਼ ਤੇ ਗਰਮ ਰੇਤਾ ਪਾ ਰਿਹਾ ਸੀ, ਉਹਨੂੰ ਵੀ ਸਤਿਗੁਰ ਉੱਦਾਂ ਹੀ ਵੇਖ ਰਹੇ ਨੇ। ਇੱਕੋ ਨਜ਼ਰੀਆ ਹੈ।
ਗੁਰੂ ਦੇ ਨਜ਼ਰੀਏ 'ਚ ਗੁਰੂ ਸਭ ਨੂੰ ਇੱਕੋ ਨਜ਼ਰੀਏ ਨਾਲ ਵੇਖਦਾ, ਇੱਕੋ ਜਿਹਾ। ਨਾ ਕੋ ਬੈਰੀ ਨਹੀਂ ਬੇਗਾਨਾ, ਸਗਲ ਸੰਗ ਹਮ ਕੋ ਬਨੇ। ਗੁਰੂ ਦਾ ਨਜ਼ਰੀਆ ਇਹ ਹੈ। ਅਸੀਂ ਕਿਉਂ ਕਹੀਏ, ਅਸੀਂ ਕਿਉਂ ਜੱਜ ਬਣੀਏ? ਉਹ ਤੇ ਮਾਲਕ ਜਾਣਦਾ ਨਾ। ਕੱਚ ਪਕਾਈ ਉੱਥੇ ਪਾਏ, ਨਾਨਕ ਗਿਆ ਜਾਪਿਆ ਜਾਏ। ਕਿਹੜਾ ਚੰਗਾ ਹੈ ਕਿਹੜਾ ਮੰਦਾ, ਮੈਂ ਕਿਵੇਂ ਨਿਰਣਾ ਕਰ ਲਵਾਂ? ਇਹ ਤੇ ਰੱਬ ਜਾਣਦਾ ਹੈ, ਉਹਦੀ ਰਚਨਾ ਹੈ। ਪੂਰਨਤਾ ਬਾਰੇ ਉਹੀ ਜਾਣਦਾ ਹੈ। ਤੋ ਸਾਹਿਬ ਆਖਦੇ ਨੇ, ਜਿਸ ਜੀਵਨ ਦੇ ਅੰਦਰ ਜਬ ਧਾਰੈ ਕੋ ਬੈਰੀ ਮੀਤ, ਤਬ ਲਗ ਨਿਸ਼ਚਲ ਨਾਹੀ ਚੀਤ। ਇਹਦਾ ਚਿੱਤ ਨਿਸ਼ਚਲ ਨਹੀਂ ਹੁੰਦਾ। ਜਦੋਂ ਇੱਕ ਨੂੰ ਚੰਗਾ ਸਮਝ ਲੈਂਦਾ, ਫਿਰ ਦੂਜੇ ਨੂੰ ਆਪਣੇ ਆਪ ਮੰਦਾ ਕਹੇਗਾ। ਤਾਂ ਹੀ ਗੁਰੂ ਨਾਨਕ ਦੇ ਦਰ ਘਰ 'ਚ ਧੜਾ ਪ੍ਰਵਾਨ ਨਹੀਂ ਹੈ, ਧਰਮ ਪ੍ਰਵਾਨ ਹੈ। ਧੜਾ ਤੇ ਧਰਮ ਵੱਖੋ ਵੱਖ ਚੀਜ਼ਾਂ ਨੇ। ਜਿੱਥੇ ਧੜਾ ਆ ਗਿਆ, ਫਿਰ ਇੱਕ ਧੜੇ ਵਾਲਾ ਦੂਜੇ ਧੜੇ ਨੂੰ, ਇੱਕ ਪਾਰਟੀ ਵਾਲਾ ਤਾਂ ਹੀ ਦੂਜੀ ਪਾਰਟੀ ਨੂੰ ਥੋੜ੍ਹਾ ਕਹਿੰਦਾ ਵੀ ਇਹ ਚੰਗਾ ਕੰਮ ਕਰਦੀ, ਉਹਨੇ ਭਾਵੇਂ ਕੀਤਾ ਵੀ ਹੋਏ, ਉਹਨੂੰ ਔਗਣ ਹੀ ਔਗਣ ਦਿਸਣਗੇ। ਇੱਕ ਧੜਾ ਦੂਜੇ ਧੜੇ ਨੂੰ ਨਹੀਂ ਕਦੇ ਕਹਿੰਦਾ ਵੀ ਇਹਨੇ ਚੰਗਾ ਕੰਮ ਕੀਤਾ, ਉਹ ਕਹਿੰਦਾ ਨਹੀਂ ਅਸੀਂ ਕੀਤਾ, ਸਾਡਾ ਧੜਾ ਹੀ ਕਰੇਗਾ। ਜਿੱਥੇ ਧੜਾ ਹੋਏ ਉੱਥੇ ਧਰਮ ਨਹੀਂ ਹੁੰਦਾ, ਜਿੱਥੇ ਧਰਮ ਹੁੰਦਾ ਉੱਥੇ ਧੜਾ ਨਹੀਂ ਰਹਿ ਜਾਂਦਾ, ਉੱਥੇ ਨਹੀਂ ਰਹਿ ਜਾਣਾ ਧੜਾ। ਹਮਰਾ ਧੜਾ ਹਰ ਰਿਹਾ ਸਮਾਈ, ਉੱਥੇ ਧਰਮ ਆ ਗਿਆ। ਉੱਥੇ ਗੁਰਦੇਵ ਕਹਿੰਦੇ ਕੋਈ ਧੜਾ ਨਹੀਂ ਹੈ, ਕੋਈ ਤੇਰ ਮੇਰ ਨਹੀਂ ਹੈ। ਤੋ ਜਿੰਨਾ ਚਿਰ ਤੱਕ ਇਹ ਹੈ, ਤੋ ਸਾਹਿਬ ਜੀ ਬਖਸ਼ਿਸ਼ ਕਰਦੇ ਨੇ, ਇਹਦਾ ਨਿਸ਼ਚਲ ਚੀਤ ਅੰਦਰ ਸ਼ਾਂਤੀ ਨਹੀਂ ਆ ਸਕਦੀ। ਜਬ ਲਗ ਮੋਹ ਮਗਨ ਸੰਗ ਮਾਏ, ਤਬ ਲਗ ਧਰਮ ਰਾਏ ਦੇ ਸਜਾਏ। ਜਿੰਨਾ ਚਿਰ ਤੱਕ ਇਹਦੇ ਅੰਦਰ ਮੋਹ ਹੈ, ਪਕੜ ਹੈ, ਮਮਤਾ ਹੈ, ਮਗਨ ਸੰਗ ਮਾਏ, ਮਾਇਆ ਨਾਲ ਮਗਨ, ਜਿਹਨੂੰ ਆਪਾਂ ਕਹਾਂਗੇ ਮਮਤਾ, ਜਿੰਨਾ ਚਿਰ ਤੱਕ ਸਾਨੂੰ ਦੁੱਖ ਕਿੱਥੋਂ ਆਉਂਦੇ ਨੇ? ਅਸੀਂ ਰੋਨੇ ਆ, ਯਾਦ ਰੱਖਿਓ, ਮੋਹ ਕਰਕੇ ਰੋਨੇ ਆ। ਅੱਜ ਵੀ ਕਿੰਨੇ ਮਰੇ ਹੋਣਗੇ, ਆ 2 ਦੇਸ਼ਾਂ ਦਾ ਜੰਗ ਹੋ ਰਿਹਾ, ਕਿੰਨੇ ਬੱਚੇ ਮਰੇ ਹੋਣਗੇ, ਸਾਨੂੰ ਰੋਣ ਆਇਆ ਕੋਈ? ਕਿੰਨੀਆਂ ਭੈਣਾਂ ਵਿਧਵਾ ਹੋ ਗਈਆਂ ਹੋਣਗੀਆਂ, ਰੋਣ ਆਇਆ? ਅਸਲ ਸਾਨੂੰ ਰੋਣ ਆਉਂਦਾ ਹੈ ਮੋਹ ਕਰਕੇ, ਜਿੱਥੇ ਸਾਡਾ ਮੋਹ ਹੈ। ਤੇ ਜਦੋਂ ਮਾਫ਼ ਕਰਨਾ ਪਤਾ ਹੋਏ ਵੀ ਇਹ ਜੀ ਸਾਡਾ ਸੀ, ਜਾਰੋ ਜਾ ਰੋਵਾਂਗੇ ਨਾ। ਮੋਹ ਕਰਕੇ, ਮਮਤਾ ਕਰਕੇ, ਗੁਰਦੇਵ ਕਹਿੰਦੇ ਜਿੰਨਾ ਚਿਰ ਤੱਕ ਇਹ ਅਟੈਚਮੈਂਟ ਹੈ ਇਹਦੇ ਅੰਦਰ, ਹੱਦ ਤੋਂ ਜ਼ਿਆਦਾ, ਠੀਕ ਹੈ ਧੀਆਂ ਪੁੱਤ ਪਾਲਣੇ ਨੇ, ਉਹਨਾਂ ਨੂੰ ਸੰਭਾਲਣਾ, ਉਹਨਾਂ ਨੂੰ ਜੋ ਰੱਬ ਨੇ ਸਾਨੂੰ ਕਾਜ ਬਖਸ਼ਿਆ ਉਹ ਜ਼ਰੂਰ ਨਿਭਾਉਣਾ ਹੈ। ਪਰ ਕੋਈ ਇੰਨਾ ਨਾ ਜੁੜ ਜਾਏ, ਸਤਿਗੁਰ ਕਹਿੰਦੇ ਉਹਦੇ ਨਾਲ ਆਪਣਾ ਜੀਣਾ ਹੀ ਭੁੱਲ ਜਾਏ। ਇੰਨਾ ਇੱਕ ਫਰਜ਼ ਨਿਭਾਉਣੇ ਹੋਰ ਹੁੰਦਾ ਹੈ। ਇੱਕ ਮਾਲਕਿਤ ਬਣਾ ਕੇ ਬਹਿ ਜਾਂਦੇ ਨਾ ਜਦੋਂ ਆਪਾਂ, ਉੱਥੇ ਜ਼ਿਆਦਾ ਦੁੱਖ ਪੈਦਾ ਹੁੰਦਾ। ਫਰਜ਼ ਨਿਭਾਉਣੇ ਮਾੜੇ ਨਹੀਂ, ਉਹ ਤੇ ਗੁਰੂਆਂ ਨੇ ਨਿਭਾਏ ਨੇ, ਧੀਆਂ ਪੁੱਤਾਂ ਦੇ, ਪਰਿਵਾਰ ਦੇ। ਪਰ ਜਦੋਂ ਸਾਹਿਬ ਕਹਿੰਦੇ ਜਬ ਲਗ ਮੋਹ ਮਗਨ ਸੰਗ ਮਾਏ, ਤਬ ਲਗ ਧਰਮ ਰਾਏ ਦੇ ਸਜਾਏ। ਇਹਨੂੰ ਸਜ਼ਾ ਮਿਲਦੀ ਹੈ ਧਰਮ ਰਾਜ ਦੀ, ਅੰਦਰ ਸ਼ਾਂਤੀ ਨਹੀਂ ਮਿਲਣੀ, ਟਿਕਾ ਨਹੀਂ ਮਿਲਣਾ, ਅਡੋਲਤਾ ਨਹੀਂ ਮਿਲਣੀ। ਤੇ ਸਾਹਿਬ ਆਖਦੇ ਨੇ ਪ੍ਰਭ ਕਿਰਪਾ ਤੇ ਬੰਧਨ ਟੂਟੈ। ਚੌਥਾ ਬੰਦ, ਆਖਰੀ ਪੰਕਤੀਆਂ। ਜਦੋਂ ਵਾਹਿਗੁਰੂ ਅਕਾਲ ਪੁਰਖ ਦੀ ਕਿਰਪਾ ਹੋਏ, ਸਤਿਗੁਰ ਕਿਤੇ ਨਹੀਂ ਇਹ ਕਹਿ ਰਹੇ ਵੀ ਕੋਈ ਆਪਣੀ ਤਾਕਤ ਨਾਲ ਇਹਨਾਂ ਤੋਂ ਬਚ ਸਕਦਾ ਹੈ। ਬਾਰ-ਬਾਰ ਕਹਿ ਰਹੇ ਨੇ ਗੁਰ ਪ੍ਰਸਾਦ ਨਾਲ, ਪ੍ਰਭ ਦੀ ਕਿਰਪਾ ਨਾਲ। ਪ੍ਰਭ ਕਿਰਪਾ ਤੇ ਬੰਧਨ ਟੁੱਟੈ, ਗੁਰ ਪ੍ਰਸਾਦ ਨਾਨਕ ਹਉ ਛੂਟੈ। ਗੁਰੂ ਦੀ ਕਿਰਪਾ ਹੋਏ ਜਦੋਂ ਜੀਵਨ 'ਚੋਂ ਹਉ ਛੁੱਟਦੀ ਹੈ, ਮਿਟਦੀ ਹੈ ਜੀਵਨ ਦੇ ਵਿੱਚੋਂ, ਸਾਹਿਬ ਕਹਿੰਦੇ ਦੇ ਬੰਧਨ ਟੁੱਟ ਜਾਂਦੇ ਨੇ। ਬਹੁਤ ਵੱਡਾ ਬੰਧਨ ਹੈ ਹਉ ਦਾ, ਹੰਕਾਰ ਦਾ, ਬਹੁਤ ਦੂਰ ਤੱਕ ਸਾਡੇ ਨਾਲ ਇਹ ਤੁਰਦਾ ਹੈ। ਕਾਮ ਕ੍ਰੋਧ ਲੋਭ ਮੋਹ ਅਹੰਕਾਰ, ਆ ਸੀਕਵੈਂਸ ਰੱਖੀ ਹੈ ਸਤਿਗੁਰਾਂ ਨੇ। ਇੱਕ ਲੜੀ, ਛੋਟੀ ਉਮਰ ਤੋਂ ਵੱਡੀ ਉਮਰ ਵਾਲੇ। ਕਾਮ ਦੀ ਉਮਰ ਛੋਟੀ ਹੈ, ਅੱਗੇ ਕ੍ਰੋਧ ਉਸ ਤੋਂ ਵੱਡਾ ਹੈ, ਲੋਭ ਉਸ ਤੋਂ ਵੱਡਾ ਹੈ, ਮੋਹ ਉਸ ਤੋਂ ਵੱਡਾ ਹੈ, ਹਉਮੈ ਹੰਕਾਰ ਸਭ ਤੋਂ ਵੱਡਾ ਹੈ। ਤਾਂ ਗੁਰ ਕਿਰਪਾ ਕਰਨ, ਉਹਦੀ ਬਖਸ਼ਿਸ਼ ਹੋਏ,
ਛੁਟਕਾਰਾ ਹੋ ਜਾਂਦਾ। ਸਭ ਦਾ ਧੰਨਵਾਦ। 10 ਅਪ੍ਰੈਲ ਨੂੰ ਇਸ ਦਰ ਘਰ 'ਤੇ ਖੰਡੇ ਦੀ ਪੌਲ ਤਿਆਰ ਹੋਣੀ ਆ। ਬਾਹਰ ਕਾਪੀ ਪੈਨ